ਉਹ ਮਿਸਟਰ ਯੋਗੀ ਹੈਗੇ ਆ ਸੀਐਮ ਉੱਤਰ ਪ੍ਰਦੇਸ਼, ਉਹ ਸਭ ਕੁਝ ਉੱਥੇ ਕੇਸਰੀ ਰੰਗ ਦਾ ਕਰਾ ਰਹੇ ਆ। ਉਹਦੇ ਤੇ ਤਾਂ ਕਿਸੇ ਨੇ ਨਹੀਂ ਕਿਹਾ ਖਾਲਿਸਤਾਨੀ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਉਹਨਾਂ ਦੇ ਉਲਟ ਨਹੀਂ ਜਾ ਰਿਹਾ। ਇਸ ਵੇਲੇ ਅਸੀਂ ਆਪਣਾ ਝੰਡਾ ਉਹਨਾਂ ਨੂੰ ਫੜਾਇਆ ਹੋਇਆ, ਪਰ ਕਿਤੇ ਕਿਤੇ ਮੈਨੂੰ ਲੱਗ ਰਿਹਾ ਝੰਡਾ ਨਹੀਂ, ਉਹਨਾਂ ਗਲਤ ਫੜਾ ਦਿੱਤਾ ਗਿਆ ਸਾਡੇ ਵੱਲੋਂ ਉਹਨਾਂ ਨੂੰ ਝੰਡਾ। ਜਦੋਂ ਅਸੀਂ 2-3 ਲੱਖ ਬੰਦਾ ਸੀ ਉਸ ਦਿਨ ਸਾਡੇ ਕਿੱਥੇ ਸੀਗੇ ਸਾਡੇ ਸਾਰੇ ਪ੍ਰਧਾਨ ਜਥੇਬੰਦੀਆਂ ਦੇ? ਕਿਸੇ ਦਾ ਪੇਟ ਦਰਦ ਹੋ ਗਿਆ ਸੀ, ਕਿਸੇ ਨੂੰ ਪ੍ਰੋਬਲਮ ਹੋ ਗਈ ਸੀ, ਕਿਸੇ ਦੀ ਕਿਡਨੀ ਨੂੰ ਪ੍ਰੋਬਲਮ ਹੋ ਗਈ ਸੀ, ਕੋਈ ਫੋਰਟਿਸ 'ਚ ਦਾਖਲ ਹੋ ਗਿਆ ਸੀਗਾ। ਅੱਜ ਜਥੇਬੰਦੀਆਂ ਇੱਕੋ ਚੀਜ਼ ਜਾ ਕੇ ਕਰ ਰਹੀਆਂ ਉੱਥੇ ਵੀ ਯੈਸ ਔਰ ਨੋ, ਤੇ ਮੰਚ ਦੇ ਆ ਕੇ ਕੁਝ ਹੋਰ ਸਟੇਟਮੈਂਟ ਹੈ, ਉੱਥੇ ਜਾ ਕੇ ਕੁਝ ਹੋਰ ਸਟੇਟਮੈਂਟ ਹੈ। ਸਾਡੀ ਕਿਸਾਨੀ, ਸਾਡੀ ਪੱਗ ਤੁਹਾਡੇ ਹੱਥ 'ਚ ਜਾ ਰਹੀ ਹੈ, ਸਾਡੀ ਜੋ ਪੱਗ ਸਾਡੀ ਲੈ ਰਹੇ ਹੈ, ਤੁਸੀਂ ਸਾਡੀ ਪੱਗ ਨੂੰ ਸੰਭਾਲਣਾ ਤੁਹਾਨੂੰ ਆ ਨਹੀਂ ਰਿਹਾ। ਫਿਰ ਤਾਂ ਕੁਛ ਤਾਂ ਤਰੀਕਾ ਪੰਜਾਬ ਦੇ, ਹਰਿਆਣਾ ਦੀ, ਯੂਪੀ ਦੇ ਕਿਸਾਨਾਂ ਨੂੰ ਕੱਢਣਾ ਪਏਗਾ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਕਿ ਸਾਡੀ ਪਹਿਲਾਂ ਵੀ 4 ਮੀਟਿੰਗਾਂ ਹੋ ਚੁੱਕੀਆਂ ਨੇ। ਮੀਟਿੰਗਾਂ ਸਾਡੀ ਇੱਕੋ ਡਿਮਾਂਡ ਹੈ ਕਿ ਜੋ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਸਰਕਾਰ, ਬੀਜੇਪੀ ਸਰਕਾਰ, ਕੇਂਦਰ ਦੀ ਹਕੂਮਤ, ਉਹ ਸਾਨੂੰ ਫਾਇਦੇ ਗਿਣਾਉਣ ਲੱਗ ਜਾਂਦੇ ਨੇ। 1960 ਤੋਂ ਬਾਅਦ ਆਪਾਂ 1950 ਤੋਂ ਕਾਊਂਟ ਕਰਾਂਗੇ। 1950 ਤੋਂ ਬਾਅਦ ਹੋਇਆ ਕੀ ਹੈ? ਹਰੇਕ ਦਹਾਕੇ ਦਾ ਇੱਕ ਨਵਾਂ ਸਿਸਟਮ ਆਇਆ ਕਿਸਾਨੀ ਨੂੰ ਥੱਲੇ ਕਰਨ ਲਈ। ਇਹਨਾਂ ਨੇ ਕਿਹਾ ਵੀ ਹੁਣ ਲਾਗੂ ਕਰਾਂਗੇ। ਪੰਜਾਬ, ਹਰਿਆਣਾ ਤੇ ਬਾਕੀ ਸਟੇਟਾਂ 'ਚ ਅਸੀਂ ਕਰ ਚੁੱਕੇ, ਇਹ ਤਾਂ ਪਹਿਲਾਂ ਅਸੀਂ ਖਤਮ ਕੀਤੇ ਹੋਏ ਆ। ਸਬਜ਼ ਬਾਗ ਦਿਖਾ ਕੇ ਵੀ ਲੋਨ ਚੱਕੋ ਬੱਚਿਓ, ਬਾਹਰ ਜਾਓ ਪੜ੍ਹਨ, ਤੁਸੀਂ ਕਿਸ਼ਤ ਵੀ ਨਹੀਂ ਦੇਣੀ ਜਦੋਂ ਤੱਕ ਤੁਸੀਂ ਆਪਣੀ ਸਟੱਡੀ ਪੂਰੀ ਨਹੀਂ ਕਰਦੇ। ਹਰੇਕ ਉਹ ਪੈਦਾ ਸਾਨੂੰ ਗੁੰਮਰਾਹ ਕਰਨ ਲਈ, ਸਾਨੂੰ ਡੈਡ ਕਰਨ ਲਈ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ। ਹਰੇਕ ਗੇਮ ਖੇਡ ਰਹੇ। ਹਿੰਦੂਆਂ ਵਾਲੀ ਗੇਮ ਇਹਨਾਂ ਨੇ ਖੇਡੀ, SYL ਦੀ ਗੇਮ ਇਹਨਾਂ ਨੇ ਖੇਡੀ, ਖਾਲਿਸਤਾਨੀ ਵਾਲੀ ਗੇਮ ਖੇਡੀ। ਕੋਈ ਸੁਣਨ ਨੂੰ ਹੀ ਤਿਆਰ ਨਹੀਂ। ਇਹਨਾਂ ਦੇ ਹਰੇਕ ਪੱਤਾ ਫੇਲ ਹੋ ਰਿਹਾ। ਕਿਉਂ? ਕਿਉਂਕਿ ਪਬਲਿਕ ਨੂੰ ਇਹ ਪਤਾ ਚੱਲ ਗਿਆ ਵੀ ਅੱਜ ਸਾਡੀ ਇੱਜ਼ਤ, ਸਾਡੇ ਘਰ ਬਾਰ, ਸਾਰਾ ਕੁਝ ਜੋ 1947 ਤੋਂ ਪਹਿਲਾਂ ਸੀ ਉਵੇਂ ਹੀ ਹੋਣ ਜਾ ਰਿਹਾ। ਉਹ ਬੰਦਾ ਜਿਹੜਾ ਇੱਥੋਂ ਖਰਚਾ ਕਰਕੇ ਅੰਦੋਲਨ 'ਚ ਪਹੁੰਚਿਆ, ਉਹਨੂੰ ਤੁਸੀਂ ਪੈਟਰੋਲ ਨਹੀਂ ਦਿੱਤਾ, ਤੁਸੀਂ ਬੁਲਾਇਆ ਨਹੀਂ, ਉਹ ਆਪਣੇ ਇੱਥੋਂ ਗਿਆ ਅੰਦਰੋਂ ਵੀ ਮੈਂ ਉੱਥੇ ਅੰਦੋਲਨ 'ਚ ਜੇ ਮੈਂ ਨਾ ਗਿਆ ਮੇਰੀ ਤਾਂ ਜ਼ਿੰਦਗੀ ਫੇਲ ਹੈ, ਮੇਰੀ ਕੋਈ ਫਾਇਦਾ ਨਹੀਂ ਜੰਮਣ ਦਾ। ਪੰਜਾਬੀ ਡਾਕ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਕਿਸਾਨਾਂ ਵਿਚਾਲੇ ਤੇ ਕੇਂਦਰ ਸਰਕਾਰ ਵਿਚਾਲੇ ਜੋ ਕੋ ਡੈਡਲੌਕ ਪੈਦਾ ਹੋ ਚੁੱਕਿਆ, ਉਹਨੂੰ ਤੋੜਨ ਦੇ ਲਈ ਕੀ ਜ਼ਰੀਆ? ਬੇਸ਼ੱਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਿਆਨ ਦਿੱਤਾ ਕਿ ਗੱਲਬਾਤ ਜਰੀਏ ਅਸੀਂ ਮਸਲਾ ਹੱਲ ਕਰਾਂਗੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। ਪਹਿਲਾਂ 5 ਮੀਟਿੰਗਾਂ ਹੋ ਚੁੱਕੀਆਂ ਨੇ, ਜੋ 5 ਮੀਟਿੰਗਾਂ ਬੇਸਿੱਟਾ ਰਹਿ ਚੁੱਕੀਆਂ ਨੇ। ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ। ਆਉਣ ਵਾਲੇ ਦਿਨਾਂ ਵਿੱਚ ਇਹ ਮੀਟਿੰਗ ਹੋਵੇਗੀ ਜਾਂ ਨਹੀਂ ਹੋਵੇਗੀ? ਜੋ ਇੱਕ ਡੈਡਲੌਕ ਬਣ ਚੁੱਕਿਆ, ਇਹਨੂੰ ਡੈਡਲੌਕ ਨੂੰ ਇਹ ਤੋੜਨ ਦੇ ਕੀ ਜ਼ਰੀਏ ਨੇ? ਤੇ ਹੋਰ ਇਹੋ ਜਿਹੀਆਂ ਤਮਾਮ ਗੱਲਾਂ ਨੇ ਦਿੱਲੀ ਮੋਰਚੇ ਨੂੰ ਲੈ ਕੇ, ਸੰਘਰਸ਼ ਨੂੰ ਲੈ ਕੇ, ਜੋ ਅਸੀਂ ਅੱਜ ਸਾਂਝੀਆਂ ਕਰਾਂਗੇ। ਅੱਜ ਸਾਡੇ ਨਾਲ ਸਾਡੇ ਗੈਸਟ ਨੇ, ਸਾਡੇ ਮਹਿਮਾਨ ਨੇ ਐਡਵੋਕੇਟ KP ਸਿੰਘ। ਐਡਵੋਕੇਟ KP ਸਿੰਘ, ਤੁਸੀਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਦੇਖਦੇ ਹੋ, ਆਪਣੇ ਅਲੱਗ-ਅਲੱਗ ਵਿਚਾਰ ਰੱਖਦੇ ਨੇ, ਤੁਹਾਡੇ ਨਾਲ ਰੂਬਰੂ ਹੁੰਦੇ ਨੇ। ਬਾਈ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ। ਬਾਈ ਜੀ, ਜੋ ਇਹ ਉੱਥੇ ਕਿਸਾਨ ਧਰਨਾ ਲਗਾਈ ਬੈਠੇ ਨੇ ਤੇ ਕੇਂਦਰ ਸਰਕਾਰ ਨਾਲ 5 ਮੀਟਿੰਗਾਂ ਹੋ ਚੁੱਕੀਆਂ ਸੀ, ਜੋ ਉਹ ਮੀਟਿੰਗਾਂ ਬੇਸਿੱਟਾ ਰਹੀਆਂ ਨੇ, ਤੇ ਹੁਣ ਇੱਕ ਮੰਨ ਲਓ ਕਿ ਖੜੋਤ ਆ ਗਈ ਇਹ ਗੱਲਬਾਤ ਦੇ ਵਿੱਚ, ਇੱਕ ਡੈਡਲੌਕ ਬਣ ਚੁੱਕਿਆ। ਬੇਸ਼ੱਕ ਬਿਆਨ ਤਾਂ ਦੋਵੇਂ ਧਿਰਾਂ ਵੱਲੋਂ ਆ ਰਹੇ ਨੇ ਕਿ ਅਸੀਂ, ਸਰਕਾਰ ਦਾ ਵੀ ਕਹਿਣਾ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ, ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਗੱਲਬਾਤ ਲਈ ਤਿਆਰ ਆ, ਪਰ ਉਸ ਮੀਟਿੰਗ ਦੇ ਵਿੱਚ ਗੱਲਾਂ ਬੇਸਿੱਟਾ ਰਹਿੰਦੀਆਂ ਨੇ। ਇਹ 'ਤੇ ਤੁਹਾਡਾ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਮੈਂ ਇੱਕੋ ਗੱਲ ਕਰਨੀ ਚਾਹੂੰਗਾ, ਜਿਹੜਾ ਇੱਕ ਜਿਵੇਂ ਕਿ ਚਾਹੇ ਲੋਕਡਾਊਨ ਕਹਿ ਲਈਏ, ਚਾਹੇ ਖੜੌਤ ਕਹਿ ਲਈਏ, ਜੋ ਮਰਜ਼ੀ ਆਪਾਂ ਇਸ ਜਿਹੜੀਆਂ ਮੀਟਿੰਗਸ ਹੋਈਆਂ ਉਹਦੇ ਦੌਰਾਨ, ਸਰਕਾਰ ਤੇ ਜਥੇਬੰਦੀਆਂ ਦੇ ਦੌਰਾਨ ਹੋਇਆ, ਕਿਤੇ ਮੈਨੂੰ ਇਹ ਲੱਗ ਰਿਹਾ ਹੈ ਜਾਂ ਸਾਨੂੰ ਗੱਲ ਸਮਝਾਉਣੀ ਨਹੀਂ ਆ ਰਹੀ ਜਾਂ ਉਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ। ਕਿਉਂਕਿ ਆਪਾਂ ਇੱਕ ਲੈ ਕੇ ਬੈਠ ਕੇ ਤੀਜੀ ਮੀਟਿੰਗ ਤੋਂ ਹੀ ਇੱਕ ਯੈਸ ਔਰ ਨੋ, ਅਸੀਂ ਜਦੋਂ ਸਰਕਾਰ ਨਾਲ ਗੱਲ ਕਰਦੇ ਹਾਂ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ, ਯੈਸ ਔਰ ਨੋ ਨਹੀਂ ਹੁੰਦਾ ਉਹਦਾ ਕਦੇ ਵੀ। ਯੈਸ ਕਿਵੇਂ ਕਹਿ ਦੇਣਗੇ ਜਾਂ ਨੋ ਕਿਵੇਂ ਹੋ ਜਾਊਗਾ? ਅਸੀਂ ਇੰਨੇ ਜਣੇ ਬੈਠੇ ਹਾਂ ਉੱਤੇ, ਪਿਛਲੇ 20 ਦਿਨਾਂ ਤੋਂ ਅਸੀਂ ਬੈਠੇ ਹਾਂ, 24 ਦਿਨਾਂ ਤੋਂ ਉੱਥੇ, ਨੋ ਕਿਵੇਂ ਅਸੀਂ ਸੁਣ ਲਾਂਗੇ ਉੱਥੋਂ? ਯੈਸ ਔਰ ਨੋ। ਮੈਂ ਜਦੋਂ ਤੱਕ ਅਸੀਂ ਨੈਗੋਸ਼ੀਏਟ ਨਹੀਂ ਕਰਦੇ, ਅਸੀਂ ਤੇ ਬੈਠ ਕੇ ਗੱਲਾਂ ਕਰਾਂਗੇ। ਨੈਗੋਸ਼ੀਏਸ਼ਨ ਦਾ ਇੱਕ ਲੈਵਲ ਆਉਂਦਾ ਜੀ, ਜਾਂ ਤਾਂ
ਜਥੇਬੰਦੀਆਂ ਨੂੰ ਉਹ ਲੈਵਲ ਜਾਂ ਮੈਨੂੰ ਜੋ ਲੱਗਦਾ ਹੈ ਵੀ ਸ਼ਾਇਦ ਉਹਨਾਂ ਲਈ ਬਹੁਤ ਇਹ ਅੰਦੋਲਨ, ਇਸ ਤੋਂ ਵੱਡਾ ਅੰਦੋਲਨ ਪਹਿਲਾਂ ਹਿਸਟਰੀ 'ਚ ਹੋਇਆ ਨਹੀਂ ਕਦੇ। ਉਹਨਾਂ ਤੋਂ ਸਮਝ ਨਹੀਂ ਆ ਰਿਹਾ, ਉਹਨਾਂ ਤੋਂ ਸੰਭਲ ਨਹੀਂ ਰਿਹਾ। ਉਹਦਾ ਰੀਜ਼ਨ ਕੀ ਹੈ, ਮੈਂ ਤੁਹਾਨੂੰ ਬਹੁਤ ਖੁੱਲ੍ਹ ਕੇ ਜੇ ਗੱਲ ਕਰਦਾ। ਜਿਸ ਦਿਨ 26 ਤਰੀਕ ਨੂੰ ਅਸੀਂ ਜਾ ਰਹੇ ਸੀ, ਸਾਰੇ ਜਣੇ ਉੱਥੇ ਪਹੁੰਚੇ ਹੈ, ਉਸ ਦਿਨ ਸਾਨੂੰ ਜਥੇਬੰਦੀਆਂ ਵੱਲੋਂ ਇੱਕ ਹੀ ਆਰਡਰ ਸੀਗਾ ਵੀ ਆਪਾਂ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ, ਮਤਲਬ ਬਾਰਡਰ ਨਹੀਂ ਕ੍ਰਾਸ ਕਰਨਾ, ਆਪਾਂ ਉੱਥੇ ਬੈਠ ਕੇ ਧਰਨੇ ਦੇਣੇ। ਬੰਦੀਆਂ ਸੀਗੇ ਅਸੀਂ ਦਿੱਲੀ ਲਈ ਕੂਚ ਕਰਾਂਗੇ, ਜਿੱਥੇ ਸਾਨੂੰ ਰੋਕਿਆ ਜਾਊਗਾ ਅਸੀਂ ਉੱਥੇ ਹੀ ਬਹਿ ਜਾਾਂਗੇ। ਹਾਂ, ਉਹ ਸਾਨੂੰ ਰੋਕਿਆ ਕਿੱਥੇ ਗਿਆ? ਸ਼ੰਭੂ ਬਾਰਡਰ ਤੇ ਰੋਕਿਆ ਗਿਆ। ਸਭ ਨੂੰ ਇਹ ਸੀਗਾ ਵੀ ਅਸੀਂ ਉੱਥੇ ਬੈਠ ਜਾਾਂਗੇ। ਮੈਂ ਤੁਹਾਡੀ ਲੋਕਡਾਊਨ ਦੇ ਉੱਤੇ ਹੀ ਆਊਂਗਾ ਇਹ ਗੱਲ ਲੈ ਕੇ। ਚਲੋ, ਉਦੋਂ ਯੂਥ ਦੇ ਵਿੱਚ ਜੋਸ਼ ਸੀਗਾ, ਸਾਡੇ ਨਾਲ ਹੋਰ ਵੀ ਬਜ਼ੁਰਗ ਸੀਗੇ ਜਿਹੜਾ ਅਸੀਂ ਅੱਗੇ ਚੱਲਦੇ ਗਏ ਜੀ। ਠੀਕ ਹੈ ਜੀ, ਅਸੀਂ ਉੱਥੇ ਤੱਕ ਪਹੁੰਚ ਜਾਂਦੇ ਹਾਂ, ਕੋਈ ਲੀਡਰ ਨਹੀਂ ਹੈ ਸਾਡੇ ਨਾਲ, ਕੋਈ ਜਥੇਬੰਦੀ ਦਾ ਪ੍ਰਧਾਨ ਨਹੀਂ ਸਾਡੇ ਨਾਲ। ਕਿੱਥੇ ਸੀਗੇ ਉਹ ਸਾਡੇ ਕੋਲ? ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਉਹਨਾਂ ਦੇ ਉਲਟ ਨਹੀਂ ਜਾ ਰਿਹਾ। ਇਸ ਵੇਲੇ ਅਸੀਂ ਆਪਣਾ ਝੰਡਾ ਉਹਨਾਂ ਨੂੰ ਫੜਾਇਆ ਹੋਇਆ, ਪਰ ਕਿਤੇ ਕਿਤੇ ਮੈਨੂੰ ਲੱਗ ਰਿਹਾ ਉਹ ਝੰਡਾ ਨਹੀਂ, ਉਹਨਾਂ ਗਲਤ ਫੜਾ ਦਿੱਤਾ ਗਿਆ ਸਾਡੇ ਵੱਲੋਂ ਉਹਨਾਂ ਨੂੰ ਝੰਡਾ। ਅੱਜ ਉੱਥੇ ਤਕਰੀਬਨ ਐਵਰੇਜ ਐਵਰੇਜ ਉਹਦੇ ਕੋਲ ਉੱਥੇ ਸਾਡੇ ਤਕਰੀਬਨ 10 ਲੱਖ ਬੰਦਾ ਰੋਜ਼ ਬੈਠਾ ਉੱਥੇ। ਠੀਕ ਹੈ ਜੀ, 1000 ਦੇ ਕਰੀਬ ਲੰਗਰ ਚੱਲ ਰਿਹਾ ਉੱਥੇ। ਉਹ 10 ਲੱਖ ਬੰਦਾ ਉਸ ਦਿਨ, ਜਦੋਂ ਅਸੀਂ 2-3 ਲੱਖ ਬੰਦਾ ਸੀ, ਉਸ ਦਿਨ ਸਾਡੇ ਕਿੱਥੇ ਸੀਗੇ? ਸਾਡੇ ਸਾਰੇ ਪ੍ਰਧਾਨ ਜਥੇਬੰਦੀਆਂ ਦੇ। ਕਿਸੇ ਦਾ ਪੇਟ ਦਰਦ ਹੋ ਗਿਆ ਸੀ, ਕਿਸੇ ਨੂੰ ਪ੍ਰੋਬਲਮ ਹੋ ਗਈ ਸੀ, ਕਿਸੇ ਦੀ ਕਿਡਨੀ ਨੂੰ ਪ੍ਰੋਬਲਮ ਹੋ ਗਈ ਸੀ, ਕੋਈ ਫੋਰਟਿਸ 'ਚ ਦਾਖਲ ਹੋ ਗਿਆ ਸੀਗਾ। 4 ਦਿਨ ਬਾਅਦ ਸਾਰੇ ਦੁਆਰਾ ਫਿਰ ਪ੍ਰਗਟ ਹੋਏ, ਸਾਰੀਆਂ ਮਨ 'ਚ ਉਹਨਾਂ ਨੇ ਫਿਰ ਸਾਹਮਣੇ ਆ ਗਏ। ਉਹ ਮੁੰਡੇ ਕਿੱਥੇ ਗਏ ਜਿਹੜੇ ਮੁੰਡੇ ਮਤਲਬ ਜਿਵੇਂ ਕਹਿੰਦੇ ਬੈਰੀਕੇਡਾਂ ਧੁੰਦੇ ਜਾ ਰਹੇ ਸੀਗੇ? ਮੈਂ ਨਹੀਂ ਕਹਿੰਦਾ ਵੀ ਜੋਸ਼ ਤੇ ਹੋਸ਼ ਦਾ ਕੰਬੀਨੇਸ਼ਨ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਜੋਸ਼ ਨਾਲ ਹੀ ਅਸੀਂ ਕੋਈ ਲੜਾਈ ਤਾਂ ਕਰਨ ਚੱਲੇ। ਸਾਡਾ ਮੁਲਕ ਹੈ, ਸਾਡੀ ਸਰਕਾਰ ਹੈ, ਅਸੀਂ ਉਹ ਸਰਕਾਰ ਬਣਾਈ ਹੈ, ਪਰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ। ਅੱਜ ਜਥੇਬੰਦੀ ਇੱਕੋ ਚੀਜ਼ ਜਾ ਕੇ ਕਰ ਰਹੀਆਂ ਉੱਥੇ ਵੀ ਯੈਸ ਔਰ ਨੋ, ਅਤੇ ਮੰਚ ਦੇ ਆ ਕੇ ਕੁਛ ਹੋਰ ਸਟੇਟਮੈਂਟ ਹੈ, ਉੱਥੇ ਜਾ ਕੇ ਕੁਛ ਹੋਰ ਸਟੇਟਮੈਂਟ ਹੈ। ਕਿਉਂਕਿ ਇੱਥੇ ਪਬਲਿਕ ਹੈ, ਪਬਲਿਕ ਇਸ ਵੇਲੇ ਉਹਨਾਂ ਨੂੰ ਸੁਣਨ ਨੂੰ ਹੀ ਤਿਆਰ ਨਹੀਂ ਹੈ, ਕਿਉਂਕਿ ਪਬਲਿਕ ਦੀ ਕਨਵਿੰਸਿੰਗ ਗੱਲ ਹੀ ਨਹੀਂ ਹੋ ਰਹੀ। ਮੇਰਾ ਸਿਰਫ ਇੱਕੋ ਹੀ, ਮੈਂ ਲੋਕਡਾਊਨ ਨੂੰ ਕਿਵੇਂ ਤੋੜਿਆ ਜਾ ਸਕਦਾ? ਲੋਕਡਾਊਨ ਲਈ ਕੁਛ ਇਹੋ ਜਿਹੇ ਬੰਦੇ ਵਿੱਚ ਐਡ ਕੀਤੇ ਜਾਣ ਜਿਹੜੇ ਸਿਆਣੇ ਹੋਣ। ਉਮਰ ਨਾਲ ਸਿਆਣਾ ਕੋਈ ਸਿਆਣਾ ਨਹੀਂ ਹੁੰਦਾ ਜ਼ਰੂਰੀ ਨਹੀਂ। ਜਿੱਥੇ ਉਹਨਾਂ ਨੂੰ ਇਹ ਨਾ ਹੋਏ ਵੀ ਕੱਲ੍ਹ ਮੈਂ ਬਹੁਤ ਜਥੇਬੰਦੀਆਂ ਦੇ ਐਵੇਂ ਜਿਵੇਂ ਅਸੀਂ ਗੱਲਾਂ ਸੁਣ ਰਹੇ ਹਾਂ, ਉੱਥੇ ਕਿਤੇ ਕਿਤੇ ਉਹਨਾਂ ਨੂੰ ਵੋਟ ਦਿਖ ਰਹੀ ਹੈ, ਕਿਤੇ ਕਿਤੇ ਉਹਨਾਂ ਨੂੰ ਆਪਣਾ ਦਿਖ ਰਿਹਾ ਮੇਰੀ ਜਥੇਬੰਦੀ ਦਾ ਨਾਮ ਜ਼ਿਆਦਾ ਹੋ ਜੇ। ਜਦੋਂ ਤੱਕ ਮੈਂ ਖ਼ਤਮ ਕਰਕੇ ਨਹੀਂ ਤੁਰਨਗੇ ਵੀ ਮੈਂ ਟੌਰ ਬਣਾਉਣੀ ਆ ਕਿ ਮੰਚ 'ਤੇ ਮੈਂ ਉੱਥੇ ਆਹ ਗੱਲ ਕੀਤੀ, ਬਾਹਰ ਨਿਕਲਦੇ ਸਾਰ ਮੀਡੀਆ ਅੱਗੇ ਖੜ੍ਹ ਜਾਂਦੇ ਆ, ਸਟੇਟਮੈਂਟ ਦੇਣ, ਮੇਰੀ ਲੈ ਲਓ ਕੋਈ ਬਾਈਟ। ਕਿਉਂ ਸਰ? ਤੁਸੀਂ ਤਾਂ ਇੱਕ ਸਾਡੇ ਰਾਜਦੂਤ ਹੋ। ਪਬਲਿਕ ਇਸ ਵੇਲੇ ਪ੍ਰਾਇਮਰੀ ਹੈ ਔਰ ਸਾਡੇ ਰਾਜਦੂਤ ਹੈ ਉਹ, ਪਰ ਆਪਣੇ ਆਪ ਨੂੰ ਸਾਡਾ ਸਰਦਾਰ ਬਣ ਕੇ ਜਾ ਰਹੇ ਆ। ਰਾਜਦੂਤ ਅਤੇ ਸਰਦਾਰ ਦੇ ਵਿੱਚ ਫਰਕ ਹੁੰਦਾ। ਲੋਕਡਾਊਨ ਤੋੜਨ ਲਈ ਜਿਹੜੀ ਆਪਾਂ ਤੁਸੀਂ ਸਵਾਲ ਕੀਤਾ, ਲੋਕਡਾਊਨ ਤੋੜਨ ਲਈ ਪਬਲਿਕ ਨੂੰ ਪਹਿਲਾਂ ਓਪੀਨੀਅਨ ਲੈਣ ਅਸੀਂ ਕੀ ਚਾਹੁੰਦੇ ਹਾਂ। ਸਾਨੂੰ ਤਾਂ ਕੋਈ ਪੁੱਛ ਨਹੀਂ ਰਿਹਾ, ਨਾ ਸਰਕਾਰ ਪੁੱਛ ਰਹੀ ਹੈ, ਨਾ ਇਹ ਪੁੱਛ ਰਹੇ। ਮਨ 'ਚ ਇਹਨਾਂ ਨੇ ਸਾਂਭ ਲਏ ਪੂੰਜੀਵਾਦ ਦੇ ਖਿਲਾਫ, ਇਹ ਖਿਲਾਫ, ਉਹ ਖਿਲਾਫ। ਸਰ ਇਸ ਵੇਲੇ ਅਸੀਂ ਕੋਈ ਨਾ ਤਾਂ ਅਸੀਂ ਕਮਿਊਨਿਸਟ ਹੈ, ਨਾ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਹੈ। ਸਾਡੀ ਕਿਸਾਨੀ, ਸਾਡੀ ਪੱਗ ਤੁਹਾਡੇ ਹੱਥ 'ਚ ਜਾ ਰਹੀ ਹੈ। ਸਾਡੀ ਜੋ ਉਹ ਪੱਗ ਸਾਡੀ ਲੈ ਰਹੇ ਹੈ, ਤੁਸੀਂ ਸਾਡੀ ਪੱਗ ਨੂੰ ਸੰਭਾਲਣਾ ਤੁਹਾਨੂੰ ਆ ਨਹੀਂ ਰਿਹਾ। ਫਿਰ ਤਾਂ ਕੁਛ ਤਾਂ ਤਰੀਕਾ ਪੰਜਾਬ ਦੇ, ਹਰਿਆਣਾ ਦੀ, ਯੂਪੀ ਦੇ ਕਿਸਾਨਾਂ ਨੂੰ ਕੱਢਣਾ ਪਏਗਾ, ਕਿਉਂਕਿ ਕਿਤੇ ਨਾ ਕਿਤੇ ਲੋਕਡਾਊਨ ਇਹ ਉਦੋਂ ਹੀ ਟੁੱਟੂਗਾ ਜਦੋਂ ਪਬਲਿਕ ਇਨਵੋਲਵ ਹੋਏਗੀ। ਪਬਲਿਕ ਇਹਨਾਂ ਵੱਲ ਦੇਖ ਰਹੀ ਹੈ, ਹਫ਼ਤੇ ਦੀ ਡੇਟ ਪਾਤੀ ਜੀ, ਅਸੀਂ ਉੱਥੇ ਜਾ ਕੇ ਆਏ, ਸਾਡੀ ਗੱਲ ਨਹੀਂ ਮੰਨੀ, ਯੈਸ ਔਰ ਨੋ। ਯੈਸ ਔਰ ਨੋ ਕੀ ਹੁੰਦਾ? ਜਿਵੇਂ ਤੁਸੀਂ ਯੈਸ ਨੋ ਦੀ ਗੱਲ ਕੀਤੀ ਕਿ ਜਥੇਬੰਦੀਆਂ ਤੋਂ ਮੀਟਿੰਗ ਸੀ, ਉਹ ਦੂਜੀ ਟਰਮ ਦੇ ਵਿੱਚ ਤਖਤੀਆਂ ਲੈ ਕੇ ਬਹਿ ਗਏ ਸੀ ਕਿ ਸਰਕਾਰ ਸਾਨੂੰ ਹਾਂ ਜਾਂ ਨਾ ਦੇਵੇ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਕਿ ਸਾਡੀ ਪਹਿਲਾਂ ਵੀ 4 ਮੀਟਿੰਗਾਂ ਹੋ ਚੁੱਕੀਆਂ ਨੇ। ਮੀਟਿੰਗਾਂ ਸਾਡੀ ਇੱਕੋ ਡਿਮਾਂਡ ਹੈ ਕਿ ਜੋ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਸਰਕਾਰ, ਬੀਜੇਪੀ ਸਰਕਾਰ, ਕੇਂਦਰ ਦੀ ਹਕੂਮਤ, ਉਹ ਸਾਨੂੰ ਫਾਇਦੇ ਗਿਣਾਉਣ ਲੱਗ ਜਾਂਦੇ ਨੇ ਕਿ ਆਰਡੀਨੈਂਸਾਂ ਦੇ ਇਹ ਫਾਇਦੇ ਨੇ, ਜਦੋਂ ਕਿ ਅਸੀਂ ਟੇਬਲ ਟਾਕ ਉੱਤੇ, ਨੈਗੋਸ਼ੀਏਸ਼ਨ 'ਤੇ ਉਹਨਾਂ ਨੂੰ ਹਰਾ ਚੁੱਕੇ ਹਾਂ, ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਇਹਨਾਂ ਕਾਨੂੰਨਾਂ ਨਾਲ ਆਹ ਫਰਕ ਪੈਣਾ। ਅਤੇ ਸਰਕਾਰ ਉਸ ਦੇ ਬਾਵਜੂਦ ਵੀ ਸਾਨੂੰ ਨੂੰ ਇਹ ਦੱਸਦੀ ਹੈ ਅਤੇ ਕਿ ਇਹ ਕਾਨੂੰਨ ਠੀਕ ਨੇ, ਬਿਲਕੁਲ ਤੁਹਾਡੇ ਲਈ ਜਾਇਜ਼ ਨੇ। ਤਾਂ ਫਿਰ ਉਦੋਂ ਅਸੀਂ ਤਖਤੀਆਂ ਲੈ ਕੇ ਬਹਿ ਗਏ ਕਿ ਸਾਨੂੰ ਹਾਂ ਜਾਂ ਨਾ ਦੱਸੋ, ਸਾਨੂੰ ਸਮਝਾਓ ਨਾ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸ਼ੁਰੂ ਕਰਦਾ ਇਸ ਤੋਂ।
ਕਿਸਾਨਾਂ ਲਈ ਜੋ ਮੁੱਦੇ ਜਿਹੜੇ 3 ਆਰਡੀਨੈਂਸ ਜਿਹੜੇ ਹੁਣ ਬਿੱਲ ਬਣ ਚੁੱਕੇ ਹਨ, ਇਹ ਆਉਂਦੇ ਹਨ। ਇਹ ਆਉਣ ਤੋਂ ਪਹਿਲਾਂ ਆਪਾਂ ਬਿੱਲ ਥੋੜ੍ਹਾ ਜਿਹਾ ਮੈਂ ਡੈਪਥ 'ਚ ਜਾਣਾ, ਮੈਨੂੰ ਜੇ ਤੁਸੀਂ ਅਲਾਓ ਕਰੋ ਮੈਂ ਚੱਲ ਜਾ। ਇਹ ਆਉਣ ਤੋਂ ਪਹਿਲਾਂ ਅਸੀਂ ਅੱਜ ਕਿਸਾਨ ਹੈ, ਤੁਸੀਂ ਵੀ ਕਿਸਾਨ ਹੋ, ਹਰੇਕ ਦਾ ਪਿਛੋਕੜ ਕਿਸਾਨੀ ਹੈ। ਕੀ ਅਸੀਂ ਅੱਜ ਦੇ ਦਿਨ ਹਾਲੇ ਤੋਂ ਲਾਗੂ ਨਹੀਂ ਹੋਏ ਕਿ ਅਸੀਂ ਖੁਸ਼ ਹਾਂ? ਸਾਡੇ 'ਚੋਂ ਕਿਹੜਾ ਕਿਸਾਨ ਖੁਸ਼ ਹੈ? ਮੁੰਡੇ ਕਿਸਾਨੀ ਛੱਡ ਕੇ ਕੈਨੇਡਾ ਵੱਲ ਭੱਜ ਰਹੇ ਆ, ਅਮਰੀਕਾ ਵੱਲ ਭੱਜ ਰਹੇ ਆ, ਜਾਂ ਬਾਹਰ ਭੱਜ ਰਹੇ ਆ ਕਿਸੇ ਵੀ ਤਰ੍ਹਾਂ। ਆਈਲੈਟਸ ਜਗ੍ਹਾ ਆਈਲੈਟਸ ਖੁੱਲ੍ਹ ਗਏ। ਇਟ ਮੀਨਸ ਸਾਡਾ ਜਿਹੜਾ ਮਿਆਰ ਹੈ ਕਿਸਾਨੀ ਦਾ ਬਹੁਤ ਨੀਚੇ ਚਲਾ ਗਿਆ। ਕਿਹਨੇ ਭੇਜਿਆ? ਉਹ ਸਰਕਾਰਾਂ ਨੂੰ ਉਦੋਂ ਸਮਝ ਨਹੀਂ ਆਈ, ਇਹ ਜਥੇਬੰਦੀਆਂ ਨੂੰ ਉਦੋਂ ਸਮਝ ਨਹੀਂ ਆਈ ਜਦੋਂ ਸਾਡੀ ਸਾਨੂੰ ਲੀਡ ਕਰ ਰਹੇ ਸੀ। ਉਦੋਂ ਕਿੱਥੇ ਸੀ ਇਹ ਸਾਰੇ? ਇਹ 1960 ਤੋਂ ਬਾਅਦ, ਆਪਾਂ 1950 ਤੋਂ ਕਾਊਂਟ ਕਰਾਂਗੇ, 1950 ਤੋਂ ਬਾਅਦ ਹੋਇਆ ਕੀ ਹੈ? ਹਰੇਕ ਦਹਾਕੇ ਦਾ ਇੱਕ ਨਵਾਂ ਸਿਸਟਮ ਆਇਆ ਕਿਸਾਨੀ ਨੂੰ ਥੱਲੇ ਕਰਨ ਲਈ। ਉਹਦੇ ਵਿੱਚ ਆਪਾਂ ਭਾਵੇਂ ਗ੍ਰੀਨ ਰੈਵੋਲੂਸ਼ਨ ਲਿਆਈਏ, ਕਿਹਨੇ ਦਿੱਤਾ ਸੀ? ਪੰਜਾਬ ਦੇ ਜੀ ਗਲਫ ਕੰਟਰੀਜ਼ ਕਹਿ ਰਹੀਆਂ ਅਸੀਂ ਪੰਜਾਬ ਦਾ ਝੋਨਾ ਨਹੀਂ ਜੀਰੀ ਨਹੀਂ ਲੈਣੀ, ਇਹ ਚੌਲਾਂ ਦੇ ਵਿੱਚ ਪੈਸਟੀਸਾਈਡ ਬਹੁਤ ਹੈ, ਕਣਕ 'ਚ ਪੈਸਟੀਸਾਈਡ ਬਹੁਤ ਹੈ। ਇਹ ਗ੍ਰੀਨ ਰੈਵੋਲੂਸ਼ਨ ਅਸੀਂ ਤਾਂ ਸਾਇੰਟਿਸਟ ਨਹੀਂ ਹੈ, ਸਾਨੂੰ ਕਿਹਨੇ ਪ੍ਰਮੋਟ ਕੀਤਾ? ਇਹਨਾਂ ਨੇ ਕੀਤਾ ਨਾ, ਸਾਡੀਆਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀਜ਼ ਨੇ ਕੀਤਾ ਨਾ, ਜਾਂ ਹਰੇਕ ਸਟੇਟ ਦੀ ਜਿਹੜੀ ਸਰਕਾਰੀ ਰਿਸਰਚ R&D ਹੈ ਐਗਰੀਕਲਚਰ ਦੇ, ਉਹਨਾਂ ਨੇ ਦਿੱਤਾ ਨਾ। ਫਿਰ ਜੀ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਲੋਨ ਦੇਣੇ ਸ਼ੁਰੂ ਕੀਤੇ, ਕਿਸਾਨਾਂ ਨੂੰ ਲੋਨ ਦੇਣੇ, ਪਹਿਲਾਂ ਤਾਂ ਕਿਸਾਨਾਂ ਨੂੰ ਲੋਨ ਦੇਣੇ ਸ਼ੁਰੂ ਕੀਤੇ। ਅੱਖਾਂ ਮੀਚ ਕੇ ਲੋਨ ਲਓ, ਟਰੈਕਟਰ ਲਓ, ਵਧੀਆ ਲਓ। ਹਰੇਕ 10 ਸਾਲਾਂ 'ਚ ਇੱਕ ਨਵਾਂ ਇਹ ਪੈਂਤਰਾ ਖੇਡਦੇ ਗਏ। ਅਖੀਰਲਾ ਪੈਂਤਰਾ ਕੀ ਸੀ? ਪਿਛਲੇ 10 ਸਾਲਾਂ ਤੁਸੀਂ ਕਾਊਂਟ ਕਰੋਗੇ, ਡਰੱਗਸ ਉਸ ਲੈਵਲ ਤੱਕ ਲੈ ਗਏ ਵੀ ਸ਼ਾਇਦ ਕਿਸਾਨੀ ਖਤਮ ਹੋ ਜਾਏਗੀ ਹਰਿਆਣਾ ਪੰਜਾਬ ਦੀ। ਪਰ ਉਹਦੇ ਨਾਲ ਕੀ ਹੋਇਆ? ਇਹਨਾਂ ਨੇ ਕਿਹਾ ਵੀ ਹੁਣ ਲਾਗੂ ਕਰਾਂਗੇ ਪੰਜਾਬ ਹਰਿਆਣਾ, ਤੇ ਬਾਕੀ ਸਟੇਟਾਂ 'ਚ ਅਸੀਂ ਕਰ ਚੁੱਕੇ, ਇਹ ਤਾਂ ਪਹਿਲਾਂ ਅਸੀਂ ਖਤਮ ਕੀਤੇ ਹੋਏ ਆ। ਸਬਜ਼ ਬਾਗ ਦਿਖਾ ਕੇ ਵੀ ਲੋਨ ਚੱਕੋ ਬੱਚਿਓ, ਬਾਹਰ ਜਾਓ ਪੜ੍ਹਨ, ਤੁਸੀਂ ਕਿਸ਼ਤ ਵੀ ਨਹੀਂ ਦੇਣੀ ਜਦੋਂ ਤੱਕ ਤੁਸੀਂ ਆਪਣੀ ਸਟੱਡੀ ਪੂਰੀ ਨਹੀਂ ਕਰਦੇ। ਹਰੇਕ ਉਹ ਪੈਂਤਰਾ ਸਾਨੂੰ ਗੁੰਮਰਾਹ ਕਰਨ ਲਈ, ਸਾਨੂੰ ਡੈਡ ਕਰਨ ਲਈ। ਅੱਜ ਆਹ 3 ਬਿੱਲ ਲਾਗੂ ਕਰਦੇ ਵੀ ਕਿੰਨਾ ਇਹ ਰੌਲਾ ਪਾ ਲੈਣਗੇ, ਕਿੰਨਾ ਸਾਡੇ ਨਾਲ ਲੜ ਲੈਣਗੇ, ਪਰ ਇਹਨਾਂ ਨੂੰ ਪੰਜਾਬ ਬਾਰੇ ਸ਼ਾਇਦ ਇਹ ਭੁੱਲ ਗਏ, ਪੰਜਾਬ ਦਾ DNA ਭੁੱਲ ਗਏ। ਇਹਨਾਂ ਨੇ ਤਾਂ ਅਬਦਾਲੀ ਢਾਲਿਆ ਸੀਗਾ ਕਿ ਜਿਹਨੂੰ ਸਾਰਾ ਮੁਲਕ ਨਹੀਂ ਰੋਕ ਸਕਿਆ। ਕਿੱਥੋਂ ਤੁਰਦਾ ਹੁੰਦਾ ਸੀਗਾ ਤੇ ਕਿੱਥੇ ਜਾਂਦਾ ਸੀਗਾ? ਉਹ 2-4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ, ਰਸਤੇ 'ਚ ਕੋਈ ਰੋਕ ਨਹੀਂ ਸਕਦਾ ਸੀ ਉਹਨੂੰ। ਅਸੀਂ ਜੇ ਉਹਨੂੰ ਰੋਕ ਸਕਦੇ ਹਾਂ ਤੇ ਉਦੋਂ ਮੁੜ ਕੇ ਉਹਦੇ ਕੰਨਾਂ ਨੂੰ ਹੱਥ ਲਵਾ ਕੇ ਭਜਾ ਸਕਦੇ ਹਾਂ। ਫਿਰ ਤਾਂ ਕੋਈ ਚੀਜ਼ ਹੀ ਨਹੀਂ ਹੈ ਨਾ ਜੀ। ਸਿਰਫ ਕਿਤੇ ਨਾ ਮੈਨੂੰ ਕੀ ਲੱਗਦਾ ਹੈ ਵੀ ਜਿਹੜੇ ਕਾਰਪੋਰੇਟ ਵਰਲਡ ਦੇ ਅਰਥ ਸ਼ਾਸਤਰੀ ਜਾਂ ਉਹਨਾਂ ਦੇ ਸਲਾਹਕਾਰ, ਜਿਨ੍ਹਾਂ ਨੇ ਹੌਲੀ ਸਰਕਾਰ ਨੂੰ ਕੈਪਚਰ ਕਰਕੇ ਰੇਲਵੇਜ਼, ਆਇਲ, ਹਰੇਕ ਚੀਜ਼ ਲੈ ਲਈ, ਉਹਨਾਂ ਨੇ ਕਿਹਾ ਕਿਸਾਨੀ 'ਚ ਸਭ ਤੋਂ ਜ਼ਿਆਦਾ ਪੈਸਾ ਹੈ। ਲੋਕਡਾਊਨ 'ਚ ਪਤਾ ਵੀ ਯਾਰ ਤਾਂ ਕਿਸਾਨੀ ਤਾਂ ਪੈਸੇ ਹੀ ਬਹੁਤ ਹੈ, ਇਹ ਵੀ ਖੋਲ੍ਹੋ। ਗੁਲਾਮੀ ਇੱਕ ਈਸਟ ਇੰਡੀਆ ਕੰਪਨੀ ਵਾਂਗੂ ਗੁਲਾਮੀ ਲਿਆਓ ਇੱਥੇ। ਇਹਨਾਂ ਨੇ ਉਹੀ ਚੀਜ਼ ਸਾਡੇ 'ਤੇ ਲਾਗੂ ਕੀਤੀ ਅਤੇ ਅਸੀਂ ਉਸ ਚੀਜ਼ ਨੂੰ ਸ਼ਾਇਦ ਉਹਨਾਂ ਦਾ ਕਿਤੇ ਅੰਡਰ ਐਸਟੀਮੇਟ ਕਰਕੇ ਪੰਜਾਬ ਹਰਿਆਣਾ ਨੂੰ, ਕਿਤੇ ਅੰਡਰ ਐਸਟੀਮੇਟ ਕਰਕੇ ਸੋਏ ਹੋਏ ਕਿਸਾਨ ਨੂੰ, ਅਤੇ ਜਿਹਦਾ ਰਿਜ਼ਲਟ ਤੁਸੀਂ ਦੇਖ ਰਹੇ ਹੋ। ਅਤੇ ਇਹਨਾਂ 'ਚੋਂ ਕੋਈ ਕਿਸਾਨ ਮੁੜਨ ਵਾਲਾ ਥੋੜ੍ਹੀ ਹੈ। ਅਤੇ ਮੈਨੂੰ ਇਹ ਵੀ ਨਹੀਂ ਅੱਜ ਤੱਕ ਸਮਝ ਆਈ ਵੀ ਇਹ ਜਥੇਬੰਦੀ ਨੇ ਸਾਨੂੰ ਇੱਥੇ ਰੋਕਿਆ ਕਿਉਂ ਹੈ? ਸਾਡੇ ਨਾਲ ਤੁਸੀਂ ਤੁਰੇ ਨਹੀਂ, ਗੋਲੀਆਂ ਪੈਂਦੀਆਂ ਸਾਡੇ ਪੈਂਦੀਆਂ। ਜਿਵੇਂ ਤੁਸੀਂ ਕਿਹਾ ਕਿ ਜਥੇਬੰਦੀਆਂ ਨੇ ਇੱਥੇ ਰੋਕਿਆ ਕਿਉਂ, ਫਿਰ ਅੱਗੇ ਇਸ ਸੰਘਰਸ਼ ਦਾ ਤੁਸੀਂ ਅੱਗੇ ਪਲਾਨ ਕਿਵੇਂ ਦੇਖਦੇ ਸੀ? ਫਿਰ ਅੱਗੇ ਕਿੱਥੇ ਕਾ? ਸਰ ਮੇਰਾ ਪਲਾਨ, ਜੇ ਮਤਲਬ ਮੈਨੂੰ ਇਹ ਲੱਗਦਾ ਵੀ ਜੇ ਸਾਨੂੰ ਪਹਿਲਾਂ ਤਾਂ ਸ਼ੰਭੂ ਹੀ ਰੋਕਿਆ ਗਿਆ, ਨਹੀਂ ਕਿਸੇ ਨੇ ਅੱਗੇ ਨਹੀਂ ਜਾਣਾ, ਚਲੋ ਜੀ ਅੱਗੇ ਪਹੁੰਚ ਗਏ ਸੀ। ਜਿੱਥੇ ਅਸੀਂ 200 ਕਿਲੋਮੀਟਰ ਗਏ ਉੱਥੇ ਜਾ ਕੇ ਕਿਹਦੀ ਪਲੈਨਿੰਗ ਸੀ ਸਾਨੂੰ ਰੋਕਣ ਦੀ? 30 ਕਿਲੋਮੀਟਰ ਹੀ ਅੱਗੇ ਜਾਣਾ ਸੀ। ਅਸੀਂ ਕੌਣ ਹੈ? ਅਸੀਂ ਕੀ ਇੱਥੋਂ ਦੇ? ਅਸੀਂ ਬਸ਼ਿੰਦੇ ਨਹੀਂ ਹੈ ਮੁਲਕ ਦੇ, ਸਾਡਾ ਮੁਲਕ ਨਹੀਂ ਹੈ। ਜਿਹੜਾ MP ਬਣ ਗਿਆ, ਜਿਹੜਾ CM ਬਣ ਗਿਆ, ਜਿਹੜਾ PM ਬਣ ਗਿਆ, ਮੁਲਕ ਉਹਦਾ ਹੋ ਗਿਆ, ਸਾਡਾ ਮੁਲਕ ਨਹੀਂ ਹੈ। ਕਿਹੜੇ ਮੁਲਕ 'ਚ ਡੰਡੇ ਪੈਂਦੇ ਆ ਜੀ? ਕਿਹੜੇ ਮੁਲਕ 'ਚ ਆਪਣਾ ਹੱਕ ਮੰਗਣ ਦੇ ਉੱਤੇ? ਤੁਸੀਂ ਇੰਗਲੈਂਡ ਨੂੰ ਸਾਰੇ ਜਾਣਦੇ ਆ, ਉਹਦੇ ਕੁਈਨ ਦਾ ਜਿਹੜਾ ਪੈਲੇਸ ਹੈ, ਉਹਦੇ ਅੱਗੇ ਜਿਹੜਾ ਪਾਰਕ ਹੈ ਹਾਈਡ ਪਾਰਕ, ਉਹ ਪਾਰਕ ਦੇ ਵਿੱਚ ਖੜ੍ਹ ਕੇ ਤੁਸੀਂ ਕੁਈਨ ਨੂੰ ਗਾਲਾਂ ਕੱਢ ਸਕਦੇ ਹੋ। ਤੁਹਾਡੇ 'ਤੇ ਪਰਚਾ ਦਰਜ ਨੇ, ਤੁਹਾਨੂੰ ਆ ਕੇ ਸਰ ਕਹਿਣਗੇ ਸਰ ਪਲੀਜ਼ ਤੁਸੀਂ
ਤੁਹਾਨੂੰ ਰਿਕੁਐਸਟ ਕਰੂਗੀ ਪੁਲਿਸ, ਪਰ ਤੁਹਾਡੇ ਤੇ FIR ਜਾਂ ਕੁਝ ਨਹੀਂ ਹੋਊ। ਇੱਥੇ ਸਾਡੇ ਮੁਲਕ ਦੇ ਤੁਸੀਂ ਤੀਜੇ ਦਿਨ ਕਿਤੇ ਗਰੁੱਪ ਨੂੰ ਡੰਡੇ ਪੈ ਰਹੇ ਹੁੰਦੇ ਆ। ਸਰਕਾਰ ਆਪਣੇ ਤੇ ਲੈਣਾ ਨਹੀਂ ਚਾਹੁੰਦੀ ਉਹਦੇ ਕੋਲ, ਕਿਉਂਕਿ ਪਾਵਰ ਹੈ, ਉਹਦੇ ਕੋਲ ਪੁਲਿਸ ਹੈ। ਮੈਂ ਤਾਂ ਪੁਲਿਸ ਤੇ ਵੀ ਹੈਰਾਨ ਹੈ ਵੀ ਤੁਹਾਡੇ ਮਾਪਿਓ ਵਿੱਚ ਹੈ ਉਸ ਧਰਨੇ 'ਚ, ਤੁਹਾਡੇ ਕੱਲ੍ਹ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਜਾਣਾ ਉਹਦੇ 'ਚ ਆਪਣੀ ਖੇਤੀ ਕਰਨ। ਤੁਹਾਡੇ ਹੱਕ ਲਈ ਅਸੀਂ ਨਹੀਂ ਲੜ ਰਹੇ। ਇਹ ਤਨਖਾਹ ਤੁਹਾਡੀ ਅਗਲੀ ਜਨਰੇਸ਼ਨ ਤਾਂ ਤੁਹਾਨੂੰ ਨੌਕਰੀ ਨਹੀਂ, ਇਹਨਾਂ ਨੇ ਕੀਤਾ ਨਹੀਂ ਹੋਇਆ ਵੀ ਤੁਸੀਂ ਪੁਲਿਸ 'ਚੋਂ, ਤੁਸੀਂ ਆਰਮੀ 'ਚੋਂ, ਤੁਸੀਂ ਕਿਹਦੇ 'ਚੋਂ ਤੁਹਾਨੂੰ ਅਗਲਾ ਤੁਹਾਡੇ ਬੱਚੇ ਨੂੰ ਨੌਕਰੀ ਦੇਵਾਂਗੇ ਸੇਫ ਹੈ। ਬੱਚੇ ਨੇ ਤਾਂ ਖੇਤੀ ਕਰਨੀ ਹੈ ਜਾ ਕੇ, ਅਸੀਂ ਤਾਂ ਉਹਦੇ ਲਈ ਲੜ ਰਹੇ ਹਾਂ। ਅੱਜ ਅਸੀਂ ਇੱਕੋ ਲਖਤ ਬਣਾ ਕੇ ਰੱਖਤਾ, ਇੱਕ ਨਵਾਂ ਟੈਗ ਦੇਤਾ ਜੀ, ਖਾਲਿਸਤਾਨੀਆਂ ਦਾ ਦੇਤਾ। ਵਾਹ, ਤੁਸੀਂ ਖਾਲਿਸਤਾਨੀ, ਤੁਸੀਂ ਕਿਤੇ ਦੰਗੇ ਕਰੋ ਜਾਂ ਤੁਸੀਂ ਕੁਛ ਕਰੋ, ਤੁਹਾਡੇ ਤੇ ਕੋਈ ਦੰਗਾ, ਤੁਹਾਡੇ ਤੇ ਕੋਈ ਟੈਗ ਨਹੀਂ ਹੈ। ਤੁਸੀਂ ਕਿਸੇ ਸ਼ਹਿਰ ਦਾ ਨਾਮ ਬਦਲ ਦਿਓ, ਇਹ ਪ੍ਰਯਾਗਰਾਜ ਕਰਤਾ ਜੀ, ਉਹਦਾ ਨਾਮ ਇਹ ਕਰਤਾ ਜੀ, ਇਹਦਾ ਨਾਮ ਉਹਦਾ ਕਰਤਾ ਜੀ। ਉਹ ਮਿਸਟਰ ਯੋਗੀ ਹੈਗੇ ਆ CM ਉੱਤਰ ਪ੍ਰਦੇਸ਼, ਉਹ ਸਭ ਕੁਝ ਉੱਥੇ ਕੇਸਰੀ ਰੰਗ ਦਾ ਕਰਾ ਰਹੇ ਆ। ਉਹਦੇ ਤੇ ਤਾਂ ਕਿਸੇ ਨੇ ਨਹੀਂ ਕਿਹਾ ਖਾਲਿਸਤਾਨੀ ਹੈ। ਤੁਸੀਂ ਜੋ ਕਰੋ ਉਹ ਲਾਅ, ਅਸੀਂ ਜੋ ਕਰੀਏ ਉਹ ਫਲਾਅ। ਅਸੀਂ ਗੁੰਡੇ, ਤੁਸੀਂ ਸ਼ਰੀਫ। ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਗੁੰਡੇ ਹੋ ਗਏ, ਅਸੀਂ ਖਾਲਿਸਤਾਨੀ ਹੋ ਗਏ, ਅਸੀਂ ਅੱਤਵਾਦੀ ਹੋ ਗਏ, ਅਸੀਂ ਬੈਡ ਐਲੀਮੈਂਟ ਹੋ ਗਏ, ਜੋ ਵੀ ਨਾਮ ਇਹ ਦੇਣਾ ਚਾਹੁੰਦੇ ਆ ਸਾਨੂੰ, ਅਸੀਂ ਉਹ ਬਣ ਗਏ। ਇਹ ਜੋ ਵੀ ਕਰ ਰਹੇ ਸਭ ਕੁਝ ਠੀਕ ਕਰ ਰਹੇ ਆ। ਮਿਸਟਰ ਤੋਮਰ ਸਾਡੇ ਐਗਰੀਕਲਚਰ ਮੰਤਰੀ ਹਨ, ਉਹ ਮੀਟਿੰਗ 'ਤੇ ਸਾਨੂੰ ਬੁਲਾ ਕਿਉਂ ਰਹੇ ਹੋ ਤੁਸੀਂ? ਜਦੋਂ ਅਸੀਂ ਤੁਹਾਨੂੰ ਕਨਵਿੰਸ ਕਰ ਰਹੇ ਹਾਂ ਵੀ ਇਹ 3 ਲਾਅ ਸਾਡੀ ਫੇਵਰ 'ਚ ਵੀ ਨਹੀਂ ਹੈ, ਤੁਹਾਡੀ ਫੇਵਰ 'ਚ ਵੀ ਨਹੀਂ ਹੈ। ਕਿਹਦੀ ਫੇਵਰ 'ਚ ਹੈ? ਸਿਰਫ ਉਸ ਪਾਰਟੀ ਦੀ ਫੇਵਰ 'ਚ ਹੈ ਜਿਹੜੇ ਗਿਣਤੀ ਦੇ ਇਸ ਮੁਲਕ 'ਚ ਬੰਦੇ ਆ 10, 20, 15। ਇੱਕ ਪਾਸੇ 100 ਕਰੋੜ ਜਨਤਾ, 125 ਕਰੋੜ ਜਨਤਾ ਹੈ, ਇੱਕ ਪਾਸੇ 15 ਜਣੇ ਹੈ। ਜੇ ਉਹਨਾਂ ਦਾ ਪਰਿਵਾਰ ਵੀ ਨਾਲ ਲਾ ਲਈਏ, ਚਲੋ 25 ਹੋ ਜਾਣਗੇ। 25 ਬੰਦੇ ਇੱਕ ਪਾਸੇ, 125 ਕਰੋੜ ਬੰਦਾ ਇੱਕ ਪਾਸੇ। ਵੀ ਅਸੀਂ ਗੁਲਾਮੀ 'ਚ ਰਵਾਂਗੇ, ਕੱਲ੍ਹ ਨੂੰ ਵੋਟਾਂ ਦਾ ਵੀ ਕੋਈ ਚੱਕਰ ਨਹੀਂ, ਥੱਪੜ ਮਾਰ ਕੇ ਵੋਟ ਲੈ ਲਓ, ਇਹ ਨਹੀਂ ਹੋਊਗਾ। ਹੁਣ ਉਹ ਜਿਹੜੇ ਅਸੀਂ ਬੈਠੇ ਹਾਂ ਉੱਥੇ, ਹੁਣ ਉੱਥੇ ਹੀ ਰਵਾਂਗੇ ਅਸੀਂ। ਨਵਾਂ ਸ਼ਹਿਰ ਨਾ ਕਿਤੇ ਬਸ ਜੇ ਉੱਥੇ। ਜਿਵੇਂ ਤੋਂ ਸੰਘਰਸ਼ ਚੱਲਿਆ ਸੀ, ਸਰਕਾਰ ਵੀ ਡਰੀ ਹੋਈ ਸੀ, ਤੇ ਹੁਣ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਥੋੜ੍ਹੀ ਰਿਲੈਕਸ ਫੀਲ ਕਰ ਰਹੀ ਹੈ ਆਪਣੇ ਆਪ ਨੂੰ। ਮੈਨੂੰ ਇਹ ਦੱਸੋ, ਕਿਹੜੀ ਪਾਰਟੀ ਨੇ ਕਿਸਾਨਾਂ ਦੇ ਲਈ ਕਦੇ ਲੜਾਈ ਕੀਤੀ ਹੈ? ਜਾਂ ਕਿਸਾਨਾਂ ਇਹ ਨੌਬਤ ਆਈ ਕਿਉਂ ਸਾਡੀ? ਇਹ 4 ਸਾਲ ਤਾਂ ਆਈ ਨਹੀਂ। ਅੱਜ ਵੀ ਸਾਡੇ ਬਿੱਲ ਲਾਗੂ ਨਹੀਂ ਹੋਏ ਸਾਡੇ ਤੇ, ਅੱਜ ਵੀ ਲਾਗੂ ਨਹੀਂ ਹੋਏ ਸਾਡੇ ਤੇ। ਕਿਸਾਨੀ ਦਾ ਹਾਲ ਕੀ ਹੈ ਸਾਡਾ? ਹਰ ਕਿਸਾਨ ਕਰਜ਼ਦਾਰ ਹੈ। 7 ਲੱਖ ਬੰਦਾ ਮਰਿਆ ਜੀ 2015 ਤੱਕ ਕਿਸਾਨ। 7 ਲੱਖ ਮਤਲਬ 65 ਸਾਲਾਂ ਦੇ ਵਿੱਚ 7 ਲੱਖ ਬੰਦਾ ਮਰ ਰਿਹਾ। ਐਵਰੇਜ ਕੀ ਹੈ ਸਰ? ਹਰ ਸਾਲ 7.5 ਲੱਖ ਬੰਦਾ ਮਰ ਰਿਹਾ, 7.25 ਲੱਖ, 7,500। ਸਰ ਮਤਲਬ ਇਹਨਾਂ ਨੂੰ ਕੋਈ ਇਹਨਾਂ ਦੇ, ਮੈਨੂੰ ਲੱਗਦਾ ਇਹਨਾਂ ਨੂੰ ਪਤਾ ਹੀ ਨਹੀਂ ਹੈ। ਸ਼ਾਇਦ ਇਹਨਾਂ ਦੇ ਘਰੇ ਕੋਈ ਇਹੋ ਜਿਹੀ ਟ੍ਰੈਜਡੀ ਹੋਈ, ਇੰਨਾ ਬਿਜ਼ੀ ਰਹੇ ਹਿੰਦੁਸਤਾਨ ਦਾ ਪਾਗਲ ਬਣਾਉਣ 'ਚ। ਅੱਜ ਪਬਲਿਕ ਥੋੜ੍ਹਾ ਜਿਹਾ ਜਾਗ ਰਹੀ ਹੈ। ਮੈਂ ਹੀ ਸਿਰਫ ਅੰਦੋਲਨ ਕਰਨ ਵਾਲਿਆਂ ਨੂੰ, ਉਹਦੇ ਵਿੱਚ ਉਹ ਸਾਰਾ ਯੂਥ, ਉਹ ਸਾਰੀਆਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਜਿਹੜੇ ਇੱਥੋਂ ਜਜ਼ਬਾਤੀ ਹੋ ਕੇ ਬੈਠੇ ਹਨ, ਸੈਲਫੀਆਂ ਵਾਲੇ ਨਹੀਂ ਮੈਂ ਗੱਲ ਕਰ ਰਿਹਾ, ਉਹ ਵੀ ਸਾਡੇ ਭਰਾ। ਘੱਟੋ ਘੱਟ ਹਾਜ਼ਰੀ ਤਾਂ ਲਾਉਣ ਜਾ ਰਹੇ ਹਨ ਨਾ। ਉਹਨਾਂ ਨੂੰ ਕੋਈ ਇਹ ਨਹੀਂ ਵੀ ਸਾਨੂੰ ਮੰਚ ਦੇ ਉੱਤੇ ਸਾਡੀ ਫੋਟੋ ਆਏ। ਉਹ ਦੱਸਣਾ ਚਾਹੁੰਦੇ ਵੀ ਅਸੀਂ ਵੀ ਇਹਦਾ ਹਿੱਸਾ ਹਨ। ਮੇਰੀ ਸਿਰਫ ਸਭ ਨੂੰ ਇੱਕ ਅਪੀਲ ਹੈ, ਆਪਾਂ ਨੂੰ ਇੱਕ ਲਾਮਬੰਦ ਆਪਾਂ ਨੂੰ ਹੋਣਾ ਪੈਣਾ। ਜਦੋਂ ਤੱਕ ਅਸੀਂ ਲਾਮਬੰਦ ਨਹੀਂ ਹੋਵਾਂਗੇ, ਸਾਡੀਆਂ ਪੱਗਾਂ ਅੱਜ ਤੋਂ ਪਹਿਲਾਂ ਵੀ ਵਿਕੀਆਂ, ਇਹਨਾਂ ਨੇ ਵੇਚੀਆਂ, ਇਹ ਹੁਣ ਫੇਰ ਐਵੇਂ ਨਾ ਹੋਏ। ਕਿਉਂਕਿ ਇਹ ਮੌਕਾ, ਇਹ ਅੰਦੋਲਨ ਜੋ ਅਸੀਂ ਅੱਜ ਦੇਖ ਰਹੇ ਹਾਂ, ਇਹ ਸ਼ਾਇਦ ਹਿਸਟਰੀ 'ਚ ਪਹਿਲੀ ਵਾਰੀ ਹੋ ਰਿਹਾ ਹੈ ਵੀ ਸਾਰਾ ਮੁਲਕ ਚੱਲ ਪਿਆ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ, ਹਰੇਕ ਗੇਮ ਖੇਡ ਰਹੇ। ਹਿੰਦੂਆਂ ਵਾਲੀ ਗੇਮ ਇਹਨਾਂ ਨੇ ਖੇਡੀ, SYL ਦੀ ਗੇਮ ਇਹਨਾਂ ਨੇ ਖੇਡੀ, ਖਾਲਿਸਤਾਨੀ ਵਾਲੀ ਗੇਮ ਖੇਡੀ। ਕੋਈ ਸੁਣਨ ਨੂੰ ਹੀ ਤਿਆਰ ਨਹੀਂ। ਇਹਨਾਂ ਦੇ ਹਰੇਕ ਪੱਤਾ ਫੇਲ ਹੋ ਰਿਹਾ। ਕਿਉਂ? ਕਿਉਂਕਿ ਪਬਲਿਕ ਨੂੰ ਇਹ ਪਤਾ ਚੱਲ ਗਿਆ ਵੀ ਅੱਜ ਸਾਡੀ ਇੱਜ਼ਤ, ਸਾਡੇ ਘਰ ਬਾਰ, ਸਾਰਾ ਕੁਛ ਜੋ 1947 ਤੋਂ ਪਹਿਲਾਂ ਸੀ ਉਵੇਂ ਹੀ ਹੋਣ ਜਾ ਰਿਹਾ। ਜਿਵੇਂ ਤੁਸੀਂ ਸਰਕਾਰਾਂ ਦਾ ਜ਼ਿਕਰ ਕੀਤਾ, ਕਾਂਗਰਸ ਪਾਰਟੀ ਵੱਲੋਂ ਵੀ ਕਿਹਾ ਗਿਆ ਕਿ MP ਇਕੱਠੇ ਹੋ ਕੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਸ਼ਟਰਪਤੀ ਨੂੰ ਮਿਲਣਗੇ। ਉਹ ਫਿਰ ਕਾਂਗਰਸ ਨੇ ਪਹਿਲਾਂ ਵੀ ਰਾਹੁਲ ਗਾਂਧੀ ਨਾਲ ਕੇ ਪੰਜਾਬ ਦੇ ਵਿੱਚ ਟਰੈਕਟਰ ਰੈਲੀ ਕੀਤੀ ਸੀ, ਤੇ ਹੁਣ ਫਿਰ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ। ਪੰਜਾਬ ਕਾਂਗਰਸ ਦਾ ਵੀ ਇੱਕ ਦਿਨ ਦਾ ਧਰਨਾ ਸੀ ਦਿੱਲੀ ਦੇ ਵਿੱਚ। ਇਹ ਸਭ ਉਹ ਸਰਕਾਰਾਂ ਅਲੱਗ ਤਾਂ ਕਿਉਂ ਆਪਣਾ ਚੱਲਦੀਆਂ ਨੇ, ਕਿਸਾਨਾਂ ਦੇ ਨਾਲ ਕਿਉਂ ਨਹੀਂ? ਸਰ ਮੇਰੇ ਦਿਮਾਗ 'ਚ ਵੀ ਇਹ ਸਵਾਲ ਹੈਗਾ ਵੀ ਪੋਲੀਟੀਕਲ ਪਾਰਟੀਜ਼ ਹਨ ਕੀ? ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ। ਪੋਲੀਟੀਕਲ ਪਾਰਟੀਜ਼ ਹਨ ਕੀ?
ਜਿਹੜੀ ਪਾਰਟੀ ਨਾਲ ਮੈਂਬਰਸ਼ਿਪ ਹੁੰਦੀ ਹੈ ਉਹ ਪਾਰਟੀ ਵੱਡੀ ਹੋ ਜਾਂਦੀ ਹੈ, ਜਿਹਨੂੰ ਵੋਟ ਜ਼ਿਆਦਾ ਮਿਲਦੀ ਉਹ ਪਾਰਟੀ ਵੱਡੀ ਹੋ ਜਾਂਦੀ ਹੈ। ਅੱਜ ਤੋਂ 10 ਸਾਲ ਪਹਿਲਾਂ ਲਾ ਕੇ ਚੱਲੀਏ, ਬੀਜੇਪੀ ਦਾ ਕਿਤੇ ਨਾਮ ਵੀ ਨਹੀਂ ਸੀਗਾ, 2 MP 1 MP ਜਾਂ ਕੋਈ ਵੀ MP ਨਹੀਂ, ਠੀਕ ਹੈ ਜੀ। ਅੱਜ ਬੀਜੇਪੀ ਪਾਵਰ 'ਚ ਆ ਗਈ, ਜਿਹੜੀ ਬੀਜੇਪੀ ਚਾਹੇ ਸਮ੍ਰਿਤੀ ਇਰਾਨੀ ਹੈ, ਚਾਹੇ ਕੁਛ ਵੀ ਹੈ, ਉਹ ਸਿਲੰਡਰ ਦੇ 25 ਰੁਪਏ ਵੱਧ ਗਏ, ਉਹਦੇ ਲਈ ਧਰਨੇ, ਉਹਦੇ ਲਈ ਪਿੱਟ ਸਿਆਪਾ ਪਾਲਿਆ ਸੀ ਇਹਨੇ। ਅੱਜ ਉਹ ਸਮ੍ਰਿਤੀ ਇਰਾਨੀ ਉਹ ਗਾਇਬ ਹੋ ਗਈ। ਅੱਜ ਸਾਡੀ ਕਾਂਗਰਸ ਸਰਕਾਰ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਹੀ ਹੈ। ਕਾਂਗਰਸ ਸਰਕਾਰ ਨੂੰ ਕੀ ਲੋੜ ਹੈ? ਸਾਰੇ ਆਪਣੇ MP ਅੱਜ ਰਿਜ਼ਾਈਨ ਕਰ ਦਿਓ, ਜਾਂ ਰਿਜ਼ਾਈਨ ਨਹੀਂ ਕਰਨਾ, ਸਾਰੇ MP ਆ ਕੇ ਉੱਥੇ ਬੈਠੋ। ਇਹ ਉੱਥੇ ਜੰਤਰ ਮੰਤਰ 'ਤੇ ਕੀ ਹੋ ਰਿਹਾ? ਕੀ ਹੈ ਜੰਤਰ ਮੰਤਰ 'ਤੇ? ਕਿਸਾਨ ਤੁਹਾਨੂੰ ਐਕਨੋਲੇਜ ਨਹੀਂ ਕਰ ਰਹੇ। ਪਰ ਕਾਂਗਰਸ ਦੇ ਤਾਂ ਕੁਝ MP MLA ਰਵਨੀਤ ਬਿੱਟੂ, ਜਸਵੀਰ ਸਿੰਘ ਡਿੰਪਾ, ਉਹ ਬੈਠੇ ਨੇ ਧਰਨੇ ਤੇ। ਸਰ ਮੈਂ ਉਹੀ ਉੱਥੇ ਹੀ ਆ ਰਿਹਾ ਸੀਗਾ ਗੱਲ। ਕਾਂਗਰਸ ਦੇ ਇਸ ਵੇਲੇ ਮੈਕਸਿਮਮ MP ਸਾਰੇ ਕਿਸਾਨ ਹਨ, ਉਹਨਾਂ ਨੂੰ ਦੁੱਖ ਹੈ, ਉਹ ਅੱਜ ਵੀ ਬੈਠੇ ਹਨ। ਅੱਜ ਜੋ ਆਪਣੇ ਪ੍ਰਧਾਨ ਨੂੰ ਲੈ ਕੇ ਪ੍ਰੈਜ਼ੀਡੈਂਟ ਕੋਲ ਜਾਣੇ, ਜੀ ਸਦਕੇ ਜਾਣਾ ਚਾਹੀਦਾ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਬਾਕੀ ਜੇ ਅਲਾਇੰਸ ਪਾਰਟੀ ਜਿਹੜੀਆਂ ਉਹਨਾਂ ਨਾਲ ਸੀਗੀਆਂ, ਉਹਨਾਂ ਨੂੰ ਵੀ ਲੀਡ ਕਰ ਰਹੀ ਹੈ। ਸਾਰੇ MP ਜਾਣ ਇਕੱਠੇ ਹੋ ਗਏ। ਜੇ ਇੰਨੇ MP ਜਾਣ, 1 MP ਦੇ ਮਤਲਬ 10 ਲੱਖ ਬੰਦਾ, ਠੀਕ ਹੈ ਨਾ ਜੀ। ਜੇ ਆਪਣਾ ਉੱਥੇ 150 MP ਵੀ ਜਾਂਦਾ ਹੈ ਬੀਜੇਪੀ ਤੋਂ ਬਿਨਾਂ, ਉਹ ਇੱਕ ਮੈਟਰ ਕਰਦੀ ਹੈ ਗੱਲ। ਇਕੱਲੀ ਕਾਂਗਰਸ ਕਿਉਂ ਜਾਏ? ਰਾਹੁਲ ਗਾਂਧੀ ਜਿਹੜੇ ਪ੍ਰੈਜ਼ੀਡੈਂਟ ਹਨ ਕਾਂਗਰਸ ਦੇ, ਉਹ ਸਭ ਨੂੰ ਅਪੀਲ ਕਰਨ ਵੀ ਆਪਾਂ ਜਾਣਾ ਇੰਨੀ ਤਰੀਕ ਨੂੰ, ਆਪਾਂ ਉੱਥੇ ਮਿਲਣਾ ਹੈ। ਸਾਡੇ ਜਾ ਕੇ ਬੈਠਣ, ਕਿਸਾਨਾਂ ਜਾ ਕੇ ਬੈਠਣ, ਕਿਉਂਕਿ ਸਾਨੂੰ ਜ਼ਰੂਰਤ ਹੈ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਲੀਡਰਾਂ ਦੀ ਜ਼ਰੂਰਤ ਹੈ, ਬਿਲਕੁਲ ਨਹੀਂ ਸਾਨੂੰ ਲੀਡਰਾਂ ਦੀ ਜ਼ਰੂਰਤ। ਉਹ ਇਨਸਾਨ ਹਨ ਸਾਡੇ ਵਾਂਗੂ, ਉਹ ਇਨਸਾਨਾਂ ਵਾਂਗੂ ਸਾਡੇ ਥੱਲੇ ਆ ਕੇ ਮੰਚ 'ਤੇ ਬੈਠਣ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਅੰਦੋਲਨ ਦੇ ਵਿੱਚ, ਪਿਛਲੇ 10 ਦਿਨਾਂ 'ਚ ਵੀ ਇੱਕ ਨਵੀਂ ਚੀਜ਼ ਦੇਖੀ, ਸਟੇਜ ਦੀ ਹਾਈਟ ਵੱਧ ਗਈ, ਠੀਕ ਹੈ ਜੀ। ਸਟੇਜ 10 ਫੁੱਟ 'ਤੇ ਲੱਗਣੀ ਸ਼ੁਰੂ ਹੋ ਗਈ। ਉੱਥੇ ਸਟੇਜ ਉੱਤੇ ਬੰਦੇ ਬੈਠਣੇ ਸ਼ੁਰੂ ਹੋ ਗਏ। ਉਹ ਕੌਣ ਹਨ ਜੀ ਬੰਦੇ? ਉਹ ਕੀ ਹੱਕ ਨਾਲ ਬੈਠੇ ਉੱਥੇ? ਜਥੇਬੰਦੀ ਆਪਣੀ ਮੈਂਬਰਸ਼ਿਪ ਗਰਾਨ ਕਿੰਨੀ ਹੈ ਸਾਡੇ ਕੋਲ? ਉਹ ਮੰਚ ਦੇ ਉੱਤੇ ਬੈਠਾ ਕਿਉਂ ਹੈ ਕੋਈ ਬੰਦਾ? ਜਾ ਕੇ ਜਿਹਨੇ ਬੋਲਣਾ ਉੱਪਰ ਜਾਏ, ਉਹ ਬੋਲੇ, ਵਾਪਸ ਆ ਜਾਓ। ਤਾਂ ਸਟੇਜ ਦਿਨ ਪਰ ਦਿਨ ਵੱਡੀ ਹੁੰਦੀ ਜਾ ਰਹੀ ਹੈ, ਸੋਹਣੀ ਹੁੰਦੀ ਹੈ, ਜਿਵੇਂ ਪੋਲੀਟੀਕਲ ਸਟੇਜ ਬਣ ਗਈ। ਮੁੰਡੇ ਖੜੇ ਕਰਤੇ ਜੀ ਆਲੇ ਦੁਆਲੇ, ਇਹ ਜੀ ਕਬੱਡੀ ਦੇ ਹਨ, ਬਾਕਸਿੰਗ ਦੇ ਹਨ, ਇਹ ਰੈਸਲਿੰਗ ਦੇ ਹਨ, ਡੰਡੇ ਲੈ ਕੇ। ਕੀ ਫਰਕ ਹੈ ਜੀ ਤੁਹਾਡੇ ਤੇ ਸਰਕਾਰ ਦੇ ਵਿੱਚ? ਡੰਡੇ ਉਹਨਾਂ ਕੋਲ ਹੈ, ਡੰਡੇ ਤੁਹਾਡੇ ਕੋਲ ਹੈ। ਤੁਸੀਂ ਵੀ ਆਪਣੇ ਬੰਦੇ ਨੂੰ ਡਰਾਉਣਾ, ਓਏ ਲਾਈਨ 'ਚ ਉੱਧਰੋਂ ਹੋ ਕੇ ਚੱਲੋ। ਸਰ ਉਹ ਬੰਦਾ ਜਿਹੜਾ ਇੱਥੋਂ ਖਰਚਾ ਕਰਕੇ ਅੰਦੋਲਨ 'ਚ ਪਹੁੰਚਿਆ, ਉਹਨੂੰ ਤੁਸੀਂ ਪੈਟਰੋਲ ਨਹੀਂ ਦਿੱਤਾ, ਤੁਸੀਂ ਬੁਲਾਇਆ ਨਹੀਂ, ਉਹ ਆਪਣੇ ਇੱਥੋਂ ਗਿਆ ਅੰਦਰੋਂ ਵੀ ਮੈਂ ਉੱਥੇ ਅੰਦੋਲਨ 'ਚ ਜੇ ਮੈਂ ਨਾ ਗਿਆ, ਮੇਰੀ ਤਾਂ ਜ਼ਿੰਦਗੀ ਫੇਲ ਹੈ, ਮੇਰੀ ਕੋਈ ਫਾਇਦਾ ਨਹੀਂ ਜੰਮਣ ਦਾ। ਹਰ ਇੱਕ ਮਾਂ, ਹਰੇਕ ਭੈਣ, ਹਰੇਕ ਬੱਚਾ, ਹਰੇਕ ਬਜ਼ੁਰਗ ਅਤੇ ਉੱਥੇ ਜਾ ਕੇ ਕੀ ਹੈ, ਉਹ ਇੱਧਰ ਉਹ ਇੱਥੇ ਆ ਡੀ ਏਰੀਆ ਮਾਰ ਕਰਤਾ ਜੀ। ਉੱਥੇ ਤੁਸੀਂ ਸਟੇਜ ਤੋਂ ਅੱਗੇ ਦੇਖੋਗੇ ਜਿੱਥੇ ਸੰਗਤ ਬੈਠੀ ਹੈ, ਸੰਗਤ ਦਾ ਅੰਦੋਲਨ, ਸੰਗਤ ਬੈਠੀ ਹੈ, ਪਬਲਿਕ ਜਿਹੜੀ ਹੈਗੀ ਜਿਹਨੂੰ ਆਪਾਂ ਕਹਾਂਗੇ 4 ਸਟੇਟਾਂ ਦੀ ਪਬਲਿਕ ਬੈਠੀ ਹੈ, ਉਹਦਾ ਅੰਦੋਲਨ ਹੈ। ਤੁਸੀਂ ਉਹਦੇ ਅੱਗੇ ਲਾਈਜ ਵੀ ਇੱਧਰ VIP ਬੈਠਣਗੇ, ਕਿਉਂ? ਉੱਥੇ ਕਿਹੜਾ VIP ਹੈ? ਜਿਹੜਾ ਉੱਥੇ ਆ ਰਿਹਾ ਉਹ ਸਿਰਫ ਉੱਥੇ ਆਪਣੀ ਇੱਜ਼ਤ ਲਈ ਆ ਰਿਹਾ। ਜਿਹੜਾ ਸਾਡੀ ਇੱਜ਼ਤ ਕੁਛ ਕਾਰਪੋਰੇਟ ਵਰਲਡ ਖੋਣ ਜਾ ਰਹੇ ਹਨ, ਉਹਦੇ ਲਈ ਆ ਕੇ ਵਿੱਚ ਬੈਠ ਰਿਹਾ। ਵਿੱਚ ਬੈਠੇ, ਉਹਨੂੰ ਕੋਈ ਮੁਸ਼ਕ ਆ ਰਹੀ ਹੈ ਕਿਸੇ 'ਚੋਂ, ਜਾਂ ਉਹਨੂੰ ਕੋਈ ਕੁਛ ਕਹਿ ਰਿਹਾ, ਉਹ ਮੈਨੂੰ ਸਮਝ ਨਹੀਂ ਆ ਰਿਹਾ ਫ਼ਰਕ ਕੀ ਹੈ ਪੋਲੀਟੀਕਲ ਮੰਚ ਅਤੇ ਇਹ ਮੰਚ ਦੇ ਵਿੱਚ। ਮੈਨੂੰ ਤਾਂ ਕੋਈ ਫ਼ਰਕ ਹੀ ਨਹੀਂ ਦਿਖ ਰਿਹਾ। ਮੈਂ 3 ਦਿਨ ਪਹਿਲਾਂ ਵਾਪਸ ਆਇਆ ਉੱਥੋਂ, ਮੈਂ ਇਹ ਸੋਚ ਕੇ ਆਇਆ ਵੀ ਇਹ ਤਾਂ ਕੰਮ ਹੀ ਕੁਛ ਹੋਰ ਹੋ ਰਿਹਾ ਇੱਥੇ ਤਾਂ ਪੋਲੀਟੀਕਲ ਮੰਚ ਅਤੇ ਆਹ ਮੰਚ ਦੇ ਸਾਨੂੰ ਤਾਂ ਕੋਈ ਫ਼ਰਕ ਹੀ ਨਹੀਂ ਦਿਖ ਰਿਹਾ। ਹੁਣ ਤੁਸੀਂ ਜਿਵੇਂ BJP ਸਰਕਾਰ ਤੇ ਹੁਣ ਦੇਖਦੇ ਕਿਵੇਂ ਹੋ ਕਿ BJP ਸਰਕਾਰ ਝੁਕੇਗੀ ਜਾਂ ਉਹੀ ਆਪਣਾ ਅੜਬ ਰਵੱਈਆ ਰੱਖਿਆ ਹੋਇਆ ਤੇ 10 ਮਦਾਂ ਤੇ ਆ ਗਈ ਸੋਧ ਕਰ ਦਿੰਦੇ ਆ? ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ 18 ਉਹ ਮਦਾਂ ਨੇ ਜਿਹਦੀ ਅਸੀਂ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਮੈਂ ਤੁਹਾਨੂੰ ਗੱਲ ਟੋਕਣੀ ਚਾਹੂੰਗਾ ਗੁਰਜਿੰਦਰ ਤੁਹਾਡੀ। ਕੋਈ ਵੀ ਸਰਕਾਰ ਜਦੋਂ ਪਬਲਿਕ ਦੇ ਅੱਗੇ ਗੱਲ ਮੰਨਦੀ ਹੈ, ਪਬਲਿਕ ਨਾਲ ਕਨਵਿੰਸ ਹੋ ਕੇ ਚੱਲਦੀ ਹੈ, ਆਪਾਂ ਉਹਨੂੰ ਝੁਕਣਾ ਨਹੀਂ ਕਹਿੰਦੇ, ਆਪਾਂ ਉਹਨੂੰ ਝੁਕਣਾ ਨਹੀਂ ਕਵਾਂਗੇ। ਪਬਲਿਕ ਨੇ ਬਣਾਈ ਹੈ ਨਾ ਸਰਕਾਰ, ਉਹ ਪਬਲਿਕ ਦੇ ਵਿੱਚ ਆ ਕੇ ਕਹਿ ਰਹੀ ਵੀ ਠੀਕ ਹੈ, ਅਸੀਂ ਸਹਿਮਤ ਹਾਂ ਵੀ ਠੀਕ ਹੈ, ਅਸੀਂ ਤੁਹਾਡੇ ਫਾਇਦਾ ਸੋਚਿਆ ਸੀਗਾ, ਪਰ ਤੁਹਾਨੂੰ ਆਪਣਾ ਫਾਇਦਾ ਲੈਣਾ ਨਹੀਂ ਆ ਰਿਹਾ, ਇਸ ਕਰਕੇ ਅਸੀਂ ਬਿੱਲ ਵਿਡਰਾਅ ਕਰਦੇ ਹਾਂ, ਅਸੀਂ ਪਾਰਲੀਮੈਂਟ ਕਾਲ ਕਰਦੇ ਹਾਂ ਅਤੇ ਉਹਦੇ 'ਚ ਬਿੱਲ ਅਸੀਂ ਕੈਂਸਲ। ਇਹ ਗੱਲ ਮੈਂ ਇਸ ਕਰਕੇ ਜ਼ਿਕਰ ਕੀਤੀ ਕਿਉਂਕਿ ਸ਼ਹੀਨ ਬਾਗ ਦੇ ਵਿੱਚ ਜਦੋਂ ਧਰਨਾ ਲੱਗਿਆ ਸੀ, ਉਹ ਦੰਗੇ ਵੀ ਹੋਏ ਸੀ। ਉਦੋਂ BJP ਸਰਕਾਰ ਨੇ ਕਾਕਸ ਕਢਾਏ ਸੀ ਕਿ ਸ਼ਹੀਨ ਬਾਗ ਦਿੱਲੀ ਦੇ ਵਿੱਚ ਧਰਨਾ ਚੱਲਿਆ, ਅਸੀਂ ਇੱਕ ਬੰਦੇ ਨੂੰ ਬੁਲਾ ਕੇ, ਉਦੋਂ ਕਿਸੇ ਨੂੰ ਬੁਲਾ ਕੇ ਗੱਲ ਵੀ ਨਹੀਂ ਕੀਤੀ। ਉਸ ਰਵੱਈਏ ਲੈ ਕੇ ਗੱਲ ਕੀਤੀ ਸੀ ਮੈਂ ਕਿ ਸਰਕਾਰ ਦਾ ਇੱਕ ਰਵੱਈਆ ਸੀ, ਜਿਵੇਂ ਸ਼ਹੀਨ ਬਾਗ ਹੋ ਗਿਆ ਅਤੇ ਹੁਣ ਸਰਕਾਰ ਮੰਗਾਂ ਮੰਨਣ ਲਈ ਇੱਕ ਕਿਸਮ ਦੇ ਕਹਿ ਸਕਦੇ ਹੋ ਕਿ ਮਜਬੂਰੀ 'ਤੇ ਆ ਗਈ ਹੈ। ਸ਼ਹੀਨ ਬਾਗ ਨੂੰ ਅਤੇ
ਇਸ ਅੰਦੋਲਨ ਨੂੰ ਆਪਾਂ ਕਿਤੇ ਮਿਲਾ ਹੀ ਨਹੀਂ ਸਕਦੇ। ਇਹਨਾਂ ਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। ਸ਼ਹੀਨ ਬਾਗ ਇੱਕ ਅਲੱਗ ਮੁੱਦਾ ਸੀ, ਸਾਲ ਪਹਿਲਾਂ ਹੋਇਆ, ਉਹਦਾ ਸਾਡੇ ਨਾਲ ਸਿਸਟਮ ਨਾਲ ਤੇ ਆਹ ਸਿਸਟਮ ਨਾਲ ਜਿਹੜਾ ਕਿਸਾਨੀ ਲਈ ਹੋਇਆ ਸਾਡਾ ਮੁਲਕ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ। ਕੀ ਤੁਸੀਂ ਗੁਲਾਬ ਦੇ ਫੁੱਲ ਚੋਂ ਗੇਂਦੇ ਦੀ ਖੁਸ਼ਬੂ ਲੈ ਸਕਦੇ ਹੋ? ਕੀ ਤੁਸੀਂ ਹੰਸ ਨੂੰ ਕਾਂ ਬਣਾ ਸਕਦੇ ਹੋ, ਕਾਂ ਨੂੰ ਮੋਰ ਬਣਾ ਸਕਦੇ ਹੋ? ਨਹੀਂ ਬਣਾ ਸਕਦੇ। ਜਿਵੇਂ ਗਲਫ ਕੰਟਰੀਜ਼ ਤੇਲਾਂ ਦੇ ਉੱਤੇ ਹੈ, ਉਹਨਾਂ ਨੂੰ ਅਸੀਂ ਐਗਰੀਕਲਚਰ ਲੈਂਡ ਨਹੀਂ ਕਹਿ ਸਕਦੇ। ਅਮਰੀਕਾ ਟੂਰਿਜ਼ਮ ਦੇ ਉੱਤੇ ਜਾਂ ਬਿਜ਼ਨਸ ਦੇ ਉੱਤੇ ਹੈ, ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ। ਸੇਮ ਇੰਡੀਆ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਹਦੀ ਤੁਸੀਂ ਪਿਕਚਰ ਕਿਉਂ ਚੇਂਜ ਕਰ ਰਹੇ ਹੋ? ਕਿਸਾਨ ਦੀ ਪਿਕਚਰ ਕਿਉਂ ਚੇਂਜ ਕਰ ਰਹੇ ਹੋ? ਜਿੱਥੇ ਤੁਹਾਡਾ ਨੇਟਿਵ ਖਤਮ ਹੋ ਗਿਆ, ਜਿੱਥੇ ਤੁਹਾਡਾ ਮੁਲਕ ਦੇ ਬਸ਼ਿੰਦੇ ਖਤਮ ਹੋਣੇ ਸ਼ੁਰੂ ਹੋ ਗਏ, ਗੁਲਾਮ ਬਣਨੇ ਸ਼ੁਰੂ ਹੋ ਗਏ, ਉਹ ਮੁਲਕ ਥੋੜ੍ਹੀ ਹੁੰਦਾ। ਉਹ ਤਾਂ ਰਾਜਾਸ਼ਾਹੀ ਹੋ ਗਈ, ਜਿਵੇਂ ਪਹਿਲਾਂ ਰਾਜੇ ਆਉਂਦੇ ਸੀਗੇ। ਬੀਜੇਪੀ ਨਾ ਤਾਂ ਉਹਦੀ ਬੇਇੱਜ਼ਤੀ ਹੋਏਗੀ, ਨਾ ਉਹ ਹੇਠਾਂ ਮਤਲਬ ਹੇਠੀ ਹੋਏਗੀ ਜੇ ਆਪਾਂ ਕਹਾਂਗੇ ਵੀ ਜੇ ਵਾਪਸ ਲੈਂਦੀ ਹੈ। ਪਹਿਲਾਂ ਤਾਂ ਉਹ ਪਬਲਿਕ ਦੇ ਵਿੱਚ ਆਏ ਵੀ ਹਾਂ ਠੀਕ ਹੈ, ਤੁਹਾਨੂੰ ਪਸੰਦ ਨਹੀਂ ਆ ਰਿਹਾ, ਅਸੀਂ ਤੁਹਾਡਾ ਫਾਇਦਾ ਸੋਚਿਆ ਸੀਗਾ, ਠੀਕ ਹੈ, ਅਸੀਂ ਤੁਹਾਡੇ ਨਾਲ ਹੈ, ਅਸੀਂ ਵਾਪਸ ਲੈਂਦੇ ਹਾਂ। ਇਹਦੇ 'ਚ ਉਹ ਕੀ ਹੈ? ਉਹ ਤਾਂ ਉਵੇਂ PM ਰਹੂ, ਉਹੀ ਸਰਕਾਰ ਰਹੂਗੀ, ਉਹਨਾਂ ਨੇ ਉਹੀ ਡਿਵੈਲਪਮੈਂਟ ਕਰਨੀ ਹੈ। ਪਰ ਉਹ ਟਾਈਮ ਨਾਲ ਲੈ ਕੇ ਆਏ ਸਰਕਾਰ ਵੀ ਜਿੱਥੇ ਸ਼ਾਇਦ ਇਸ ਮੁਲਕ ਦਾ ਸਾਰਾ ਵੋਟਰ ਪਾਰਟੀ ਨੂੰ ਬਿਲਕੁਲ ਹੀ ਨਕਾਰ ਦੇ। KP ਜੀ, ਆਖਰੀ ਸਵਾਲ ਕਿ ਬੜੇ ਸੰਖੇਪ ਸ਼ਬਦਾਂ ਦੇ ਵਿੱਚ, ਕਿ ਹੁਣ ਤੁਸੀਂ ਹੱਲ ਕਿਵੇਂ ਦੇਖਦੇ ਹੋ ਅੱਗੇ ਇਸ ਪੂਰੀ ਮੂਵਮੈਂਟ ਦਾ, ਇਸ ਅੰਦੋਲਨ ਦਾ? ਇਸ ਮੂਵਮੈਂਟ ਦਾ ਹੱਲ ਇੱਕੋ ਹੀ ਹੈ ਜੀ। ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਦੇ ਯੂਥ ਨੂੰ, ਹਰੇਕ ਘਰ 'ਚ ਬੈਠੀ ਮਾਂ ਨੂੰ, ਹਰੇਕ ਘਰ 'ਚ ਬੈਠੇ ਸਾਡੇ ਬਜ਼ੁਰਗ ਨੂੰ ਇੱਕ ਅਪੀਲ ਕਰਦਾ, ਪਹਿਲਾਂ ਲਾਮਬੰਦ ਹੋਈਏ। ਅਸੀਂ ਲਾਮਬੰਦ ਨਹੀਂ ਹੈ, ਤਾਂ ਹੀ ਕਰਕੇ ਸਰਕਾਰ ਸਾਨੂੰ ਹਫ਼ਤੇ ਦਾ ਟਾਈਮ ਦੇ ਰਹੀ ਹੈ। ਜੇ ਅਸੀਂ ਲਾਮਬੰਦ ਹੁੰਦੇ ਨਾ, 1.5 ਦਿਨ ਨਹੀਂ ਪੈਣ ਦੇਣਾ ਸੀ। ਅਸੀਂ ਲਾਮਬੰਦ ਕਿੱਥੋਂ ਹੋਵਾਂਗੇ? ਲਾਮਬੰਦ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕਰ ਕੀ ਰਹੇ ਹਾਂ। ਸਭ ਤੋਂ ਪਹਿਲਾਂ ਹਰੇਕ ਨੂੰ ਲਾਮਬੰਦ, ਮਤਲਬ ਵੀ ਇੱਕ ਪਲੈਨਿੰਗ ਯੂਥ ਦੀ ਕੀ ਹੈ, ਘਰੋਂ ਕਿਵੇਂ ਉੱਥੋਂ ਜਾਣਾ ਹੈ। ਉੱਥੇ ਲੰਗਰ ਖੁੱਲ੍ਹ ਕੇ 2000 ਦੇ ਕਰੀਬ ਲੰਗਰ ਚੱਲ ਰਿਹਾ ਉੱਥੇ। ਕਿਉਂ ਸਰ? ਆਪਾਂ ਨੂੰ ਜੇ ਲੜਾਈ ਲੰਬੀ ਚਲਾਉਣੀ ਹੈ, ਸਾਨੂੰ ਹਰੇਕ ਇੱਕ ਦਾਣਾ ਸਾਂਭ ਕੇ ਰੱਖਣਾ ਪੈਣਾ। ਇੱਕ ਦਾਣਾ। NRIs ਵੱਲੋਂ ਕਿੰਨਾ ਫੰਡ ਆ ਰਿਹਾ, ਉਹਨਾਂ ਨੂੰ ਸੰਭਲ ਕੇ ਚੱਲਣਾ ਪੈਣਾ ਵੀ ਹਲੇ ਉੱਥੇ ਹੈਗਾ ਸਮਾਨ, ਆਪਾਂ ਰੋਕ ਲਓ। ਦੂਜੀਆਂ ਸਟੇਟਾਂ 'ਚੋਂ ਆ ਰਿਹਾ, ਰੋਕ ਲਓ। ਇੱਕ ਦਾਲ, ਇੱਕ ਪ੍ਰਸ਼ਾਦਾ ਬਹੁਤ ਹੈ। ਆਪਾਂ ਸਿਰਫ ਟਾਈਮ ਕੱਢਣਾ। ਸਾਨੂੰ ਲਾਮਬੰਦ, ਸਾਨੂੰ ਇੱਕ ਪਲੈਨਿੰਗ ਕਰਨੀ ਪਊਗੀ, ਜਿਹਦੀ ਪਲੈਨਿੰਗ ਦੀ ਸਭ ਤੋਂ ਵੱਡੀ ਕਮੀ ਹੈ ਉੱਥੇ, ਕਿਉਂਕਿ ਆਪ ਹੁਦਰੀਆਂ ਹੋ ਗਈਆਂ। ਮੈਂ ਵੱਡੀ, ਮੇਰੀ ਜਥੇਬੰਦੀ ਹੈ, ਮੇਰੀ ਤਾਂ ਕੋਈ ਸੁਣ ਨਹੀਂ ਰਿਹਾ, ਮੈਂ ਕਰੀ ਜਾਂਦੇ, ਇਹਨਾਂ ਨੂੰ ਬੇਇੱਜ਼ਤੀ ਹੋਊਗੀ। ਮਤਲਬ ਉਹ ਹਲੇ ਵੀ ਉਹ ਮੈਂ ਵਾਲੀ ਗੱਲ ਹੈ ਨਾ। ਜਦੋਂ ਤੱਕ ਮੈਂ ਖਤਮ ਹੋ ਕੇ ਅਸੀਂ ਨਹੀਂ ਬਣਦੇ ਨਾ, ਉਦੋਂ ਤੱਕ ਮੈਂ ਐਕਸਪੈਕਟ ਨਹੀਂ ਕਰਦਾ ਇੱਥੋਂ ਕੁਛ ਜਿੱਤ। ਤੇ ਮੇਰੀ ਸਭ ਨੂੰ ਅਪੀਲ ਇੱਕੋ ਹੀ ਹੈ, ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ, ਸਾਨੂੰ ਲਾਮਬੰਦ ਹੋਣਾ ਪਏਗਾ, ਸਾਨੂੰ ਇੱਕ ਹੋਣਾ ਪਏਗਾ। ਅਸੀਂ, ਇਹ ਸਾਡਾ ਹੈ। ਬਾਅਦ 'ਚ ਦੇਖੀ ਜਾਵਾਂਗੇ ਪੋਲੀਟੀਕਲ ਪਾਰਟੀ ਕਿਤੇ ਉੱਥੇ ਚੱਲ ਰਿਹਾ, ਆਪਣੇ MLA ਖੜੇ ਕਰੋ, ਆਪਣੇ MP ਖੜੇ ਕਰੋ। ਯਾਰ ਮੁੱਦੇ ਤੋਂ ਤੁਸੀਂ ਕਿਸ 'ਤੇ ਆਏ ਹੋ? ਇੱਥੇ ਵੀ ਪੋਲੀਟਿਕਸ ਖੇਡੀ ਜਾ ਰਹੇ ਹੋ। ਚਾਹੇ ਜਿਹੜੀ ਮਰਜ਼ੀ ਪਾਰਟੀ ਲਾਓ, ਉਹ ਪਾਰਟੀ ਕੈਸ਼ ਕਰਨਾ ਚਾਹ ਰਹੀ ਹੈ। ਮੈਂ ਕਿਸਾਨਾਂ ਲਈ ਹਾਂ ਦਾ ਨਾਰਾ ਮਾਰਿਆ ਸੀਗਾ, ਹਾਂ ਦਾ ਨਾਰਾ, ਉਹ ਹਾਂ ਦੇ ਨਾਰੇ 'ਤੇ ਚੱਲ ਪਏ। ਇਹ ਮੈਂ ਤਾਂ ਇਹ ਕਹਿੰਦਾ, ਲਾਮਬੰਦ ਇੱਕ ਪਲੈਨਿੰਗ ਨਾਲ ਇਕੱਠੇ ਹੋਣਾ ਪਊ। ਧੰਨਵਾਦ KP ਸਾਹਿਬ, ਤੁਸੀਂ ਬਣੇ ਹੋਏ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ। ਦੋਸਤੋ, ਇਹ ਸਨ ਸਾਡੇ ਨਾਲ ਪਟਿਆਲਾ ਤੋਂ ਐਡਵੋਕੇਟ KP ਸਿੰਘ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਨਾਲ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਪਲੈਨਿੰਗ ਨਾਲ ਚੱਲਣ ਦੀ ਲੋੜ ਹੈ, ਕਿਉਂਕਿ ਇਹ ਮੋਰਚਾ ਲੰਮਾ ਵੀ ਚੱਲ ਸਕਦਾ। ਸਰਕਾਰ ਜੋ ਇੱਕ ਡੈਡਲੌਕ ਕ੍ਰੀਏਟ ਹੋ ਚੁੱਕਿਆ, ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਪਰ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ। ਇਹਨੂੰ ਲੈ ਕੇ ਇਹ ਮੋਰਚਾ ਲੰਬਾ ਵੀ ਚੱਲ ਸਕਦਾ। ਕੁਝ ਹੋਰ ਨੁਕਤੇ ਵੀ ਦੱਸੇ ਜੋ ਨੁਕਤੇ ਵਿਚਾਰਨਯੋਗ ਨੇ। ਸੋ ਅਗਲੀ ਅਪਡੇਟ ਕਿਸਾਨੀ ਮੋਰਚੇ 'ਚ ਕੀ ਹੈ, ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ।